ਸਤਿ ਸ੍ਰੀ ਅਕਾਲ। ਮੈਂ ਆ ਤੁਹਾਡੇ ਨਾਲ ਸੁਖਰਿੰਦਰ ਸਿੰਘ। ਮੇਰੇ ਨਾਲ ਉਗੇ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਅਕਾਲੀ ਦਲ ਨੂੰ ਲੈ ਕੇ, ਸਿਆਸਤ ਦੇ ਵਿੱਚ ਅਕਾਲੀ ਦਲ ਦਾ ਰੋਲ ਤੇ ਉਹਦੇ ਵਿੱਚ ਬਾਦਲ ਪਰਿਵਾਰ ਦੀ ਮੌਜੂਦਗੀ ਨੂੰ ਲੈ ਕੇ। ਜਦੋਂ ਸਵਾਲ ਜਿਹੜੇ ਨੇ ਅਕਾਲੀ ਦਲ ਤੋਂ ਨਿਕਲੇ ਹੋਏ, ਜਦੋਂ ਅਕਾਲੀ ਦਲ ਚੋਂ ਬਾਹਰ ਆ ਜਾਂਦੇ ਨੇ ਜਾਂ ਛੱਡ ਕੇ ਆ ਜਾਂਦੇ ਨੇ ਜਾਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ, ਤਾਂ ਉਹ ਸਿਧਾਂਤਾਂ ਦੀ ਗੱਲ ਕਰਦੇ ਨੇ, ਸੰਵਿਧਾਨ ਦੀ ਗੱਲ ਕਰਦੇ ਨੇ ਕਿ ਅਕਾਲੀ ਦਲ ਦਾ ਸੰਵਿਧਾਨ ਜਿਹੜਾ ਆ ਉਹਦਾ ਸਤਿਆਨਾਸ਼ ਕਰ ਦਿੱਤਾ ਗਿਆ। ਕਿਹਨਾਂ ਨੇ ਕੀਤਾ? ਕਹਿੰਦੇ ਬਾਦਲਾਂ ਨੇ ਕੀਤਾ। ਅਕਾਲੀ ਦਲ ਕਹਿੰਦੇ ਚੰਗਾ ਆ, ਬਾਦਲ ਪਰਿਵਾਰ ਸਿਰਫ ਮਾੜਾ ਆ, ਉਹਦੇ ਵਿੱਚ ਬਾਦਲ ਪਰਿਵਾਰ ਦਾ ਕਬਜ਼ਾ ਹਟਣਾ ਚਾਹੀਦਾ। ਆਖਿਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਦੇ ਵਿੱਚ ਭੂਮਿਕਾ ਕਿਸ ਤਰ੍ਹਾਂ ਦੀ ਰਹੀ? ਅਕਾਲੀ ਦਲ ਕਿਸ ਤਰ੍ਹਾਂ ਦਾ ਸੀ? ਕਿਹੜੇ ਅਸੂਲ ਸੀ ਖੇਤਰੀ ਪਾਰਟੀ ਬਣਾਉਣ ਦੇ ਲਈ? ਅਕਾਲੀ ਦਲ ਦੇ ਲਈ ਜਿੰਨੀ ਜਦੋਜਹਿਦ ਕੀਤੀ, ਜਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ, ਉਹਦੇ ਤੋਂ ਬਾਅਦ ਜਿਸ ਤਰ੍ਹਾਂ ਦਾ ਅਸੀਂ ਦੇਖਦੇ ਰਹੇ ਕਿ ਗੱਠਜੋੜ ਹੁੰਦੇ ਰਹੇ, ਕਦੇ ਜਨ ਸੰਘ ਦੇ ਨਾਲ ਹੋਇਆ, ਕਦੇ ਬਸਪਾ ਦੇ ਨਾਲ ਹੋਣਾ, ਆਪਣੀ ਹੋਂਦ ਨੂੰ ਬਚਾਉਣ ਦੇ ਲਈ ਅਕਾਲੀ ਦਲ ਨੂੰ ਲਗਾਤਾਰ ਜਿਹੜਾ ਉਹ ਤਰਲੋ ਮੱਛੀ ਹੋਣਾ ਪੈ ਰਿਹਾ। ਕਦੇ 9 ਮਾਸ ਦਾ ਰਿਸ਼ਤਾ, ਕਦੇ ਆਰਐਸਐਸ ਨਾਲ ਮਿਲੇ ਹੋਣ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਤਾਰ ਅਕਾਲੀ ਦਲ ਤੇ ਲੱਗਦੇ ਰਹੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਅੱਜ ਦਾ ਅਕਾਲੀ ਦਲ, ਜਿਹਨੂੰ ਮਾਡਰਨ ਅਕਾਲੀ ਦਲ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਹੁਣਾਂ ਦਾ, ਤੇ ਪਿਛਲਾ ਅਕਾਲੀ ਦਲ, ਕਿਉਂ ਅਕਾਲੀ ਦਲ ਦਾ ਸੂਰਜ ਜਿਹੜਾ ਆ ਉਹ ਕਹਿ ਲਓ ਕਿ ਬਾਦਲ ਪਰਿਵਾਰ ਦੇ ਹੁੰਦਿਆਂ ਡੁੱਬਦਾ ਨਜ਼ਰ ਆਉਂਦਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਅਕਾਲੀ ਦਲ ਦਾ ਸਿਧਾਂਤ ਕੀ ਹੈ? ਲਗਾਤਾਰ ਜਿਹੜੇ ਅਕਾਲੀ ਦਲ ਚੋਂ ਬਾਹਰ ਆਉਂਦੇ ਨੇ, ਜਦੋਂ ਤਾਂ ਵਿੱਚ ਹੁੰਦੇ ਨੇ ਉਦੋਂ ਸਿਧਾਂਤ ਦੀ ਕੋਈ ਗੱਲ ਨਹੀਂ ਹੁੰਦੀ, ਜਦੋਂ ਬਾਹਰ ਆਉਂਦੇ ਨੇ ਤਾਂ ਸਿਧਾਂਤ ਦਾ ਮੁੱਦਾ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਜਾਂਦਾ ਹੈ ਕਿ ਸਿਧਾਂਤ ਜਿਹੜੇ ਨੇ ਅਕਾਲੀ ਦਲ ਦੇ, ਉਹਨਾਂ ਨੂੰ ਬਚਾਉਣ ਦੀ ਇੱਕ ਲੜਾਈ ਹੈ ਸਾਡੀ। ਮੈਂ ਤੁਹਾਡੇ ਜਿਹੜਾ ਸਵਾਲ ਤੁਸੀਂ ਕੀਤਾ ਸੀ ਉਹ ਸਵਾਲ ਵਾਜਬ ਹੈ, ਸਾਰੇ ਪੁੱਛ ਰਹੇ ਨੇ, ਅਕਾਲੀ ਆਪਣੇ ਆਪ ਨੂੰ ਆਪ ਵੀ ਪੁੱਛ ਰਹੇ ਨੇ। ਤੇ ਮੈਂ ਜਿੱਥੇ ਤੁਹਾਡੇ ਆਡੀਅנס ਨੂੰ ਸੰਬੋਧਿਤ ਆ, ਉੱਥੇ ਮੈਂ ਅਕਾਲੀਆਂ ਨੂੰ ਵੀ ਸੰਬੋਧਿਤ ਆ। ਮੈਂ ਸਮਝਦਾ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਸਿਧਾਂਤ ਤੇ ਅਮਲ ਵਿੱਚ ਫਰਕ ਰਹਿ ਜੇ, ਇਹ ਕੋਈ ਵੱਡੀ ਲਾਂਭੇ ਵਾਲੀ ਗੱਲ ਨਹੀਂ ਹੈ। ਕਿਉਂਕਿ ਸਿਧਾਂਤ ਅਸੀਂ ਬਣਾਉਣੇ ਆ ਇੱਕ ਆਦਰਸ਼, ਤੇ ਜਿਹੜਾ ਅਮਲ ਹੁੰਦਾ ਹੈ ਉਹ ਆਦਰਸ਼ ਤੱਕ ਪਹੁੰਚਣ ਦਾ ਹੁੰਦਾ ਹੈ। ਉਸ ਤੱਕ ਪਹੁੰਚਣ ਤੋਂ ਪਹਿਲਾਂ ਕਈ ਵਾਰ ਘਾਟੇ ਵਾਧੇ ਹੋ ਜਾਂਦੇ ਨੇ। ਇਸ ਕਰਕੇ ਸਿਧਾਂਤ ਦੇ ਮੁਤਾਬਕ ਨਾ ਉਤਰਨਾ। ਅੱਜ ਕੱਲ੍ਹ ਜਿਹੜਾ ਰੌਲਾ ਪੈ ਰਿਹਾ ਸਿਆਸਤ 'ਚ ਵੀ ਜਿਹੜਾ ਮਤਲਬ ਉਹ ਤੇ ਹੈਗੇ ਨੇ ਮੈਨੀਫੈਸਟੋ ਹੈ, ਉਹਦੇ ਤੇ ਪੂਰੇ ਕਿਉਂ ਨਹੀਂ ਉਤਰਦੇ? ਕੋਈ ਇਹ ਗੱਲ ਨਹੀਂ ਸੋਚਦਾ ਵੀ ਮੈਨੀਫੈਸਟੋ ਸਿਧਾਂਤ ਹੈ। ਸਰਕਾਰ ਮੈਨੀਫੈਸਟੋ ਦਾ ਸਿਧਾਂਤ ਪੇਸ਼ ਕਰਦੀ ਹੈ, ਸਿਧਾਂਤ ਦੇ ਮੁਤਾਬਕ ਸਰਕਾਰ ਹੋ ਹੀ ਨਹੀਂ ਸਕਦੀ ਕੋਈ, ਕਿਉਂਕਿ ਉਦੋਂ ਤੇ ਉਹਨਾਂ ਨੂੰ ਵੋਟ ਲੈਣੀ ਹੁੰਦੀ। ਚਲੋ ਐ ਨਹੀਂ ਹੈ, ਉਹ ਦੇਗਾ। ਇਹ ਅਕਾਲੀ ਦਲ ਦੀ ਗੱਲ ਕਰ ਰਿਹਾ ਸੀ, ਤੁਸੀਂ ਫਿਰ ਤੋਂ ਪੁੱਛ ਰਹੇ ਸੀ। ਮੈਂ ਇਹਨੂੰ ਕਹਿਣਾ ਵੀ ਜਿਹੜਾ ਅਕਾਲੀ ਦਲ ਨੇ ਵਿਧਾਨ 1920 ਵਿੱਚ ਬਣਾਇਆ ਸੀ, ਉਹਦੇ ਵਿੱਚ ਸਿੱਖਾਂ ਦੇ ਬੋਲ ਬਾਲਿਆਂ ਦੀ ਗੱਲ ਸੀ, ਔਰ ਬੋਲ ਬਾਲਿਆਂ ਵਾਸਤੇ ਸਥਾਨ ਘੜਨ ਦੀ ਗੱਲ ਸੀ, ਮਤਲਬ ਹਾਲਾਤ ਪੈਦਾ ਕਰਨ ਦੀ ਗੱਲ ਸੀ। ਇਹ ਗੱਲ ਉਦੋਂ ਸੀ ਜਦੋਂ ਅੰਗਰੇਜ਼ ਹਾਕਮ ਸਨ। ਜਦੋਂ ਅੰਗਰੇਜ਼ ਹਾਕਮ ਸਨ ਉਦੋਂ ਇਹ ਵਿਧਾਨ ਜਿਹੜਾ ਹੈ ਇਹਦੀ ਲੋੜ ਸੀ ਤੇ ਸਾਰੇ ਪਾਸੇ ਤੇ ਇਹਨੂੰ ਆਉਂਦਾ ਸੀ। ਜਦੋਂ 47 ਚ ਆਉਂਦਿਆਂ ਨੂੰ ਹਿੰਦੁਸਤਾਨ ਆਜ਼ਾਦ ਹੋ ਗਿਆ ਤੇ ਫਿਰ ਅਸੀਂ ਉਹ ਲੜਾਈ ਉਹੋ ਜਿਹੀ ਨਹੀਂ ਲੜ ਸਕਦੇ ਸੀ ਜਿਹੋ ਜਿਹੀ ਲੜਾਈ ਅਸੀਂ ਅੰਗਰੇਜ਼ਾਂ ਨਾਲ ਲੜ ਰਹੇ ਸੀਗੇ, ਕਿਉਂਕਿ ਆਪਣਾ ਇੱਥੇ ਇੱਕ ਧਰਮ ਨਿਰਪੇਖ ਢਾਂਚਾ ਖੜਾ ਹੋ ਗਿਆ। ਧਰਮ ਨਿਰਪੇਖ ਢਾਂਚੇ ਵਿੱਚ ਉਹਨਾਂ ਨੇ ਇਹ ਕੀਤਾ ਕਿ ਧਰਮ ਨੂੰ ਤੁਸੀਂ ਅੱਗੇ ਨਹੀਂ ਰੱਖ ਸਕਦੇ, ਕਿਉਂਕਿ ਸਾਰੇ ਧਰਮ ਜਿਹੜੇ ਨੇ ਬਰਾਬਰ ਨੇ ਤੇ ਹਰ ਇੱਕ ਨੂੰ ਆਪਣਾ ਧਰਮ ਜਿਹੜੀ ਆ ਉਹਦੀ ਪਾਲਣਾ ਕਰਨ ਦੀ ਅਧਿਕਾਰ ਹੈ। ਤੇ ਇਸ ਕਰਕੇ ਜਿਹੜਾ ਬੰਦਾ ਆਪਣੇ ਧਰਮ ਦੀ ਬੋਲ ਬਾਲਿਆਂ ਦੀ ਗੱਲ ਕਰਦਾ ਹੈ ਉਹ ਠੀਕ ਨਹੀਂ ਹੈ, ਸਿਆਸਤ ਵਿੱਚ ਠੀਕ ਨਹੀਂ ਹੈ। ਹੁਣ ਤੇ ਕਰੋ, ਸਾਰੇ ਲੋਕ ਕਰਦੇ ਨੇ, ਉਹਨਾਂ ਦੇ ਮਤਲਬ ਹਿੰਦੂਆਂ ਦੇ ਕਰਦੇ ਨੇ, ਮੁਸਲਮਾਨਾਂ ਦੇ ਕਰਦੇ ਨੇ, ਸਿੱਖਾਂ ਦੇ ਵੀ ਕਰਦੇ ਸੀਗੇ। ਆਪਣੇ ਕੋਲ, ਸਾਡੇ ਕੋਲ ਅਕਾਲੀ ਦਲ ਸੀ, ਸਾਡੇ ਕੋਲ ਅਕਾਲ ਤਖਤ ਸੀਗਾ, ਸਾਡੇ ਕੋਲ ਸ਼੍ਰੋਮਣੀ ਕਮੇਟੀ ਸੀ, ਉਹ ਬਣਾਈ ਹੋਈ ਉਹਨਾਂ ਦੀ। ਹੁਣ ਉਹ ਜਿਹੜਾ ਸਿਧਾਂਤ ਹੈ ਉਸ ਤਰ੍ਹਾਂ ਤੇ ਉਹ ਲਾਗੂ ਵੀ ਨਹੀਂ ਹੋ ਸਕਦਾ ਸੀ। ਅੱਜ ਇਹੋ ਹੀ ਝਗੜਾ ਪਿਆ ਹੋਇਆ ਹੈ, ਕਿਉਂਕਿ ਜਦੋਂ ਤੋਂ ਦੇਖੋ ਅਸਲ ਵਿੱਚ ਗੱਲ ਇਹ ਹੈ ਕਿ ਜਿਹੜਾ ਪੋਲੀਟੀਸ਼ੀਅਨ ਆ ਉਹ ਇਹ ਸਮਝਣ ਲੱਗ ਪਿਆ ਹੈ ਕਿ ਜੋ ਮੈਂ ਕਰ ਰਿਹਾ ਉਹੀ ਠੀਕ ਹੈ, ਕਿਹੜਾ ਕੋਈ ਦੇਖਦਾ ਹੈ? ਪਰ ਦੁਨੀਆ ਦੇਖ ਰਹੀ ਹੈ ਨਾ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡੀ ਪ੍ਰੋਬਲਮ ਮੇਰੇ ਮੁਤਾਬਕ ਤੇ ਇਹ ਹੈ ਕਿ ਉਹ ਅਕਾਲੀ ਦਲ ਪੀਟੀਸੀ ਬਣ ਗਿਆ। ਉਹ ਆਪੇ ਹੀ ਉੱਥੇ ਕਹਿ ਲੈਂਦੇ ਨੇ ਤੇ ਆਪੇ ਹੀ ਸੁਣ ਲੈਂਦੇ ਨੇ ਤੇ ਖੁਸ਼ ਹੋ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਮੀਡੀਆ ਤੇ ਮੋਦੀ ਦਾ ਸਾਰਾ ਕੰਟਰੋਲ ਹੈ, ਹਿੰਦੁਸਤਾਨ ਦੇ ਮੀਡੀਆ ਤੇ ਕੰਟਰੋਲ ਹੈ, ਔਰ ਉਸ ਦੇ ਬਾਵਜੂਦ ਵੀ ਮੋਦੀ ਦਾ ਕਿਸਾਨਾਂ ਨੇ ਨੱਕ ਦਮ ਕਰ ਰੱਖਿਆ, ਮੀਡੀਆ ਤੋਂ ਨਹੀਂ ਕਰ ਰੱਖਿਆ। ਇਸ ਕਰਕੇ ਡੈਮੋਕ੍ਰੈਟਿਕ ਸਪਿਰਿਟ ਜਿਹੜੀ ਹੈ ਨਾ ਉਹ ਬੜੀ ਆਪਣੇ ਆਪ ਵਿੱਚ ਪਾਵਰਫੁਲ ਹੁੰਦੀ ਹੈ। ਮੁਜ਼ੱਫਰਨਗਰ ਜੋ ਹੋਇਆ, ਉਹਨਾਂ ਨੇ ਆਪਣੇ ਡੈਮੋਕ੍ਰੈਟਿਕ ਰਾਈਟ ਦਾ ਉਹ ਕਰ ਲਿਆ। ਹੁਣ ਡੈਮੋਕ੍ਰੈਟਿਕ ਰਾਈਟ ਹੈ ਅਗਲੇ ਦਾ ਵੀ ਜੇ ਤੁਹਾਨੂੰ ਤਕਲੀਫ ਹੈ ਤਾਂ ਤੁਸੀਂ, ਤੁਹਾਡੀ ਚੀਕ ਨਿਕਲੇਗੀ।
ਜੇ ਤੁਹਾਨੂੰ ਬਿਮਾਰੀ ਹੈ ਕੋਈ ਡਾਕਟਰ ਕੋਲ ਜਾਓਗੇ, ਤੇ ਜੇ ਤੁਹਾਨੂੰ ਦੁੱਖ ਆ ਤੇ ਤੁਸੀਂ ਐਜੀਟੇਟ ਕਰੋਗੇ। ਇਹ ਡੈਮੋਕ੍ਰੇਸੀ ਦਾ ਹਿੱਸਾ ਹੈ, ਉਹਨਾਂ ਰੋਕ ਨਹੀਂ ਸਕਦੇ। ਤੇ ਉਹ ਕਰਨਾਲ ਆਣ ਕੇ ਰੋਕ ਲਿਆ ਉਹਨਾਂ ਨੇ, ਤੇ ਉੱਥੇ ਝਗੜਾ ਪੈ ਗਿਆ। ਹੁਣ ਇਹ ਅਕਾਲੀ ਦਲ ਨੂੰ ਵੀ ਇਹੀ ਆਇਆ ਕਿ ਅਕਾਲੀ ਦਲ ਨੇ ਜੇ ਐਲੀਗੇਸ਼ਨ ਰਿਹਾ, ਉਹਨਾਂ ਨੂੰ ਸਮਝਾਉਂਦੇ ਰਹੇ ਸਾਰੇ ਵੀ ਤੁਸੀਂ ਧਰਮ ਨੂੰ ਧਰਮ ਵਾਂਗੂ ਚੱਲਣ ਦਿਓ ਤੇ ਸਿਆਸਤ ਨੂੰ ਸਿਆਸਤ ਵਾਂਗੂ ਚੱਲਣ ਦਿਓ। ਕਿਉਂਕਿ ਮੁੱਢ ਵਿੱਚ ਜਦੋਂ ਵਿਧਾਨ ਬਣਾਇਆ ਸੀ ਉਦੋਂ ਅਕਾਲੀ ਦਲ ਅੱਡ ਚੱਲਦਾ ਸੀ ਤੇ ਸ਼੍ਰੋਮਣੀ ਕਮੇਟੀ ਅੱਡ ਚੱਲਦੀ ਸੀ, ਦੋਨੇ ਬਣੇ ਸਨ। ਪਹਿਲਾਂ ਸ਼੍ਰੋਮਣੀ ਕਮੇਟੀ ਬਣੀ ਸੀ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹ ਬਣਾਤਾ ਵੀ ਸਿੱਖਾਂ ਦੀਆਂ ਜਿਹੜੀਆਂ ਆਕਾਂਖਿਆਵਾਂ ਨੇ, ਜਿਹੜੀਆਂ ਇੱਛਾਵਾਂ ਨੇ, ਜਿਹੜੀਆਂ ਯਾਰਨਿੰਗਸ ਨੇ, ਮਤਲਬ ਸਿਆਸੀ, ਉਹਦੀ ਪੂਰਤੀ ਵਾਸਤੇ ਵੀ ਸਾਨੂੰ ਇੱਕ ਪਲੇਟਫਾਰਮ ਚਾਹੀਦਾ ਹੈ। ਤੇ ਉਹਨਾਂ ਨੇ ਅਕਾਲੀ ਦਲ ਬਣਾਤਾ। ਅਕਾਲੀ ਦਲ ਇਸ ਤਰ੍ਹਾਂ ਪੰਥਕ ਵਿੱਚੋਂ ਨਿਕਲਦਾ ਜਦੋਂ 47 ਚ ਆਇਆ ਤੇ ਪਹਿਲਾਂ ਉਹਨੂੰ ਜਿਹੜਾ ਹੋਗਾ ਬਲਾਕੇਡ ਆ ਗਿਆ ਕਿ ਉਹ, ਹਾਲਾਂਕਿ ਸਾਰੀਆਂ ਪਾਰਟੀਆਂ ਧਰਮ ਨੂੰ ਵਰਤਦੀਆਂ ਸਨ ਪਰ ਉਹ ਧਾਰਮਿਕ ਹੋਣ ਦਾ ਦਾਅਵਾ ਨਹੀਂ ਕਰਦੀਆਂ ਸਨ। ਅਕਾਲੀ ਦਲ ਨੇ ਉਲਟ ਕਰ ਲਿਆ ਤੇ ਉਹਨਾਂ ਨੇ ਧਰਮ ਨੂੰ ਵਰਤਿਆ ਵੀ ਤੇ ਨਾਲ ਦਾਅਵਾ ਵੀ ਕਰਤਾ। ਹੁਣ ਤੁਸੀਂ ਅੰਦਾਜ਼ਾ ਲਾਓ ਸੁਖਵਿੰਦਰ ਵੀ ਤੁਸੀਂ ਦੇਖੋ ਵੀ RSS ਧਾਰਮਿਕ ਪਾਰਟੀ ਹੈ, ਬੀਜੇਪੀ ਜਿਹੜੀ ਆ ਉਹਨਾਂ ਨੂੰ ਪੂਰੀ ਤਰ੍ਹਾਂ ਵਰਤ ਰਹੀ ਆ, ਉਹ ਬੀਜੇਪੀ ਨੂੰ ਬਣਾ ਰਹੇ ਨੇ, ਪਰ ਉਹਨਾਂ ਨੇ 2 ਪਲੇਟਫਾਰਮ ਬਣਾਏ ਹੋਏ ਨੇ। ਤੁਸੀਂ ਉਹਨਾਂ ਦੇ ਉਸ ਤਰ੍ਹਾਂ ਅਟੈਕ ਨਹੀਂ ਕਰ ਸਕਦੇ। ਮੋਦੀ ਦੇ ਅਟੈਕ ਜਿਹੜਾ ਹੈ ਉਹ ਹਿੰਦੂਤਵ ਦਾ ਚੁਣਿਆ ਹੋਇਆ ਬੰਦਾ ਹੈ, ਹਿੰਦੂਤਵ ਦੀ ਪੈਰਵੀ ਕਰਦਾ ਹੈ। ਔਰ ਪਰ ਉਹ ਜਦੋਂ ਹਿੰਦੂਤਵ ਦੀ ਗੱਲ ਹੁੰਦੀ ਹੈ ਉਦੋਂ ਭਾਗਵਤ ਨਾਲ ਹੋਏਗੀ, RSS ਨਾਲ ਹੋਏਗੀ। ਬੀਜੇਪੀ ਕਹਿੰਦੀ ਹੈ ਵੀ ਇਹ ਤੇ ਉਹਨਾਂ ਦਾ ਮਾਮਲਾ ਹੈ। ਅਸੀਂ ਸਾਡੇ ਕੋਲ ਜਗ੍ਹਾ ਭਲਾ ਕਾਨੂੰਨੀ ਅਧਿਕਾਰ ਸੀ, ਉਹਨਾਂ ਕੋਲ ਕਾਨੂੰਨੀ ਕੋਈ ਨਹੀਂਗਾ, ਉਹਨਾਂ ਨੇ ਬਣਾਇਆ ਹੀ ਹੈ। ਸਾਡੇ ਕੋਲ SCPC ਕਾਨੂੰਨੀ ਤੌਰ ਤੇ ਆ ਗਈ 1925 ਵਿੱਚ। ਅਸੀਂ SCPC ਨੂੰ ਠੀਕ ਢੰਗ ਨਾਲ ਚਲਾਉਂਦੇ ਵੀ ਆਏ। ਇਹ ਸਾਡੇ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਐਲੀਗੇਸ਼ਨ ਆ ਰਹੇ ਨੇ ਕਿ 25 ਤੋਂ ਲੈ ਕੇ 47 ਤੱਕ ਤੇ 3 ਇਲੈਕਸ਼ਨਾਂ ਹੋ ਗਈਆਂ ਤੇ 47 ਤੋਂ ਲੈ ਕੇ ਹੁਣ ਤੱਕ 7-8 ਹੀ ਹੋਈਆਂ ਨੇ। ਮਤਲਬ ਅਸੀਂ 15 ਸਾਲ ਬਾਅਦ, 20 ਸਾਲ ਬਾਅਦ, 10 ਸਾਲ ਬਾਅਦ, 12 ਸਾਲ ਬਾਅਦ ਇਲੈਕਸ਼ਨ ਕਰਨ ਲੱਗ ਪਏ। ਕਿਉਂਕਿ ਇਲੈਕਸ਼ਨ ਜਿਹੜੀ ਆ ਉਹ ਚਲ ਅਲੱਗ ਇਸ਼ੂ ਹੈ, ਉਹ ਨਹੀਂ। ਤੁਸੀਂ ਮੈਨੂੰ ਪੁੱਛ ਰਹੇ ਸੀ ਇਹ ਕਿ ਅਕਾਲੀ ਦਲ ਦਾ ਵਿਧਾਨ ਜਿਹੜਾ ਅਕਾਲੀ ਦਲ ਦਾ ਉਹ ਹੈ ਕਿ ਉਹ ਤੇ ਅਕਾਲੀ ਦਲ ਨੇ ਪੰਥਕ ਹੀ ਵਿਧਾਨ ਰੱਖਿਆ ਸੀਗਾ, ਪਰ ਉਹ ਆਜ਼ਾਦ ਭਾਰਤ ਵਿੱਚ ਪੰਥਕ ਰੱਖਿਆ ਨਹੀਂ ਜਾ ਸਕਦਾ ਸੀ। ਕਿਉਂਕਿ ਹੁਣ ਹੋਇਆ ਕਿ ਇਹਦੇ ਨਾਲ ਸੁਖਵਿੰਦਰ ਇੱਕ ਗੱਲ ਅੰਡਰਸਟੈਂਡ ਕਰੋ ਕਿ SCPC ਪੰਥਕ ਹੋ ਸਕਦੀ ਹੈ, ਡੈਮੋਕ੍ਰੈਟਿਕ ਨਹੀਂ ਹੋ ਸਕਦੀ। ਅਕਾਲੀ ਦਲ ਡੈਮੋਕ੍ਰੈਟਿਕ ਹੋ ਸਕਦਾ, ਪੰਥਕ ਨਹੀਂ ਹੋ ਸਕਦਾ। ਬਿਲਕੁਲ। ਜਦੋਂ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਦੇ ਭਾਰ ਹੇਠ, ਪ੍ਰਭਾਵ ਹੇਠ ਉਹਨਾਂ ਨੂੰ ਡੈਮੋਕ੍ਰੈਟਿਕ ਹੋਣਾ ਪੈਂਦਾ ਹੈ, ਉਦੋਂ ਉਹ ਆਪਣੇ ਮੁੱਦੇ 'ਚ ਫੇਲ ਹੁੰਦੇ ਨੇ। ਤੇ ਜਦੋਂ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਭਾਰ ਹੇਠ ਪੰਥਕ ਹੋਣਾ ਪੈਂਦਾ ਹੈ ਤੇ ਉਦੋਂ ਇਹ ਆਪਣੇ ਮੁੱਦੇ 'ਚ ਫੇਲ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਕਰਕੇ ਫੇਲ ਹੁੰਦੀ ਹੈ ਤੇ ਅਕਾਲੀ ਦਲ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਕਰਕੇ ਫੇਲ ਹੁੰਦਾ ਹੈ। ਇੰਨੀ ਨਿੱਕੀ ਜੀ ਗੱਲ ਜਿਹੜੀ ਹੈ ਉਹ ਅੰਡਰਸਟੈਂਡ ਕਰਦੇ ਸਨ ਸਾਡੇ ਪੁਰਖੇ ਸਾਰੇ ਹੀ। ਮਾਸਟਰ ਤਾਰਾ ਸਿੰਘ ਅੰਡਰਸਟੈਂਡ ਕਰਦਾ ਸੀ ਬੜੀ ਚੰਗੀ ਤਰ੍ਹਾਂ। ਉਹਦੇ ਮਤਲਬ ਹਾਲਾਂਕਿ ਉਹਦਾ ਮਾਸਟਰ ਤਾਰਾ ਸਿੰਘ ਦਾ ਇਨ ਰਾਈਟਿੰਗ ਹੈ ਉਹ ਕਿ ਜੋ ਪੰਥਕ ਨਹੀਂ ਉਹ ਮੇਰੀ ਪੋਲਿਟਿਕਸ ਨਹੀਂ, ਉਹ ਕਹਿੰਦਾ ਇਹ। ਪਰ ਉਹ ਤੇ ਕਦੇ ਕਿਸੇ ਨੇ ਸ਼ੱਕ ਨਹੀਂ ਕੀਤਾ ਕਿਉਂਕਿ ਉਹ ਇਸ ਤਰ੍ਹਾਂ ਧਰਮ ਨੂੰ ਵਰਤਦਾ ਨਹੀਂ ਸੀ। ਉਹ SCPC ਦਾ ਪ੍ਰਧਾਨ ਦੂਜਾ ਬਣਾ ਕੇ ਰੱਖਦਾ ਸੀ, ਆਪ ਨਹੀਂ ਸੀ ਕਰਦਾ। ਹੁਣ ਇੱਥੇ ਉਲਟ ਹੋ ਗਿਆ। ਇੱਥੇ ਪ੍ਰਕਾਸ਼ ਸਿੰਘ ਬਾਦਲ ਦੇ ਆਉਣ ਨਾਲ ਉਹਨਾਂ ਨੇ SCPC ਨੂੰ ਆਪਣੇ ਗੋਡੇ ਹੇਠ ਲੈ ਲਿਆ। ਜਦੋਂ SCPC ਨੂੰ ਗੋਡੇ ਹੇਠ ਲੈ ਗਿਆ ਤੇ SCPC ਦੇ ਰਾਹੀਂ ਅਕਾਲ ਤਖਤ ਗੋਡੇ ਹੇਠ ਆ ਗਿਆ। 2 ਪੰਥਕ ਸੰਸਥਾਵਾਂ ਇੱਕ ਡੈਮੋਕ੍ਰੈਟਿਕ ਸਿੱਖ ਸੰਸਥਾ ਨੇ ਗੋਡੇ ਹੇਠ ਲੈ ਲਈਆਂ ਤੇ ਉਹਨਾਂ ਦੀ ਕੀਮਤ ਤਾਂ ਦੇਣੀ ਪੈਣੀ ਸੀ। ਉਹ ਕੀਮਤ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਜੀ ਦੇ ਰਹੇ ਨੇ। ਉਹਨਾਂ ਦੇ ਸਵਾਲ ਹੋ ਰਹੇ ਨੇ ਕਿ ਮਤਲਬ ਹੁਣ ਇਹ ਜਿਹੜੀ ਹੈ ਨਾ, ਜਿਹੜੀ ਗੱਲ ਮੈਂ ਕਹਿਣਾ, ਉਹ ਜਵਾਬ ਵੀ ਦੇ ਰਹੇ ਨੇ। ਵੈਸੇ ਉਹਨਾਂ ਦੇ ਜਿਹੜੇ ਥਿੰਕਰ ਨੇ ਉਹਨਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਸੀ ਵੀ ਪਹਿਲਾਂ ਜਿਹੜੀ ਮੈਂ ਗੱਲ ਕਹੀ ਸੀ ਉਹਦਾ ਜਵਾਬ ਉਹਨਾਂ ਨੇ ਕਿਤੇ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਇਹ ਦੱਸਣ ਨਾ ਕਿ ਅਸੀਂ ਇੱਕ ਦੂਜੇ ਨੂੰ ਫੇਲ ਕਰਨ ਵਾਲੇ ਰਾਹ ਪਏ ਹੋਏ ਆ। SCPC ਤੇ ਅਕਾਲੀ ਦਲ ਇੱਕ ਦੂਜੇ ਨੂੰ ਇੰਡੀਪੈਂਡੈਂਟਲੀ ਗਰੋ ਕਿਉਂ ਨਹੀਂ ਹੋਣ ਦਿੰਦੇ? SCPC ਜਿਹੜੀ ਹੈ ਇਹਨੂੰ ਜਿਹਦੇ ਕੋਲ SCPC ਆ ਉਹਦਾ ਹੀ ਅਕਾਲੀ ਦਲ ਤੇ ਕਬਜ਼ਾ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਲਿਆਂਦੀ ਸੀ ਗੱਲ, ਕਿਉਂਕਿ ਉਹਨੇ ਐਟ ਏ ਟਾਈਮ SCPC ਤੇ ਵੀ ਕਬਜ਼ਾ, ਅਕਾਲੀ ਦਲ ਤੇ ਵੀ ਕਬਜ਼ਾ, ਪੰਜਾਬ ਸਰਕਾਰ ਤੇ ਵੀ ਕਬਜ਼ਾ। ਇਹ ਗੱਲ ਤੇ ਟੌਹੜਾ ਸਾਹਿਬ ਨੇ ਕਿਹਾ ਵੀ SCPC ਟੌਹੜਾ ਸਾਹਿਬ ਕੋਲ ਸੀ ਉਸ ਵੇਲੇ ਤੇ ਉਹ ਦੋਨੇ 2 ਚੀਜ਼ਾਂ ਉਹਨਾਂ ਕੋਲ ਸਨ, ਮਤਲਬ ਸਰਕਾਰ ਦਾ ਚੀਫ ਮਿਨਿਸਟਰ ਹੋਣਾ ਤੇ ਅਕਾਲੀ ਦਲ ਦਾ ਪ੍ਰਧਾਨ। ਉਹ ਕਹਿੰਦੇ ਵੀ ਤੁਸੀਂ ਐਂ ਕਰੋ ਵੀ ਅੱਗੇ ਟ੍ਰੈਡੀਸ਼ਨ ਇਹ ਹੈ
ਤਾਰਾ ਸਿੰਘ, ਫਤਿਹ ਸਿੰਘ ਸਾਰੇ ਕਰਦੇ ਆ ਰਹੇ ਨੇ। ਤੁਸੀਂ ਆਪਣਾ ਕੋਈ ਬੰਦਾ ਆਪਣਾ ਬੰਦੇ ਨੂੰ ਪ੍ਰਧਾਨ ਬਣਾ ਲਓ। ਉਹ ਨਹੀਂ ਬਣਾ ਸਕੇ, ਉਹ ਨਹੀਂ ਬਣਾਇਆ, ਤੇ ਉਹ ਜਿਹੜਾ ਉਹਨਾਂ ਦਾ ਟੌਹੜਾ ਸਾਹਿਬ ਦਾ ਹਾਲ ਹੋਇਆ, ਉਹ ਹੁਣ ਰਿਪੀਟ ਕਰਨ ਦੀ ਲੋੜ ਨਹੀਂ ਹੈ ਕਿ ਉਹ ਮਤਲਬ ਜਿਸ ਤਰ੍ਹਾਂ ਅਸੀਂ ਉਹਦੇ ਵਿਟਨੈਸ ਸਾਰੇ, ਤੁਸੀਂ ਛੋਟੇ ਸੀ, ਪਰ ਤੁਹਾਨੂੰ ਵੀ ਹੁਣ ਮਤਲਬ ਇਨਫੋਰਮੇਸ਼ਨ ਤੁਹਾਡੇ ਕੋਲ ਵੀ ਹੈਗੀ ਹੈ ਕਿ ਉਹ ਕਿਸ ਹਾਲਤ ਵਿੱਚ ਜਿਉਂਦੇ ਰਹੇ ਤੇ ਕਿਸ ਹਾਲਤ 'ਚ ਉਹਨਾਂ ਨੂੰ ਮਰਨਾ ਪੈ ਗਿਆ। ਚਲੋ ਐਨੀ ਹਾਓ, ਉਹ ਹੁਣ ਗੱਲ ਤੇ ਇਹਨਾਂ ਦੇ ਪੈ ਗਈ ਨਾ, ਬਾਦਲ ਸਾਹਿਬ ਦੇ ਪੈ ਗਈ ਨਾ ਗੱਲ, ਕਿਉਂਕਿ ਜਿਸ ਤਰ੍ਹਾਂ ਦਾ SGPC ਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਧਾਨ ਜਾਂ ਚੀਫ ਮਿਨਿਸਟਰ ਦੇ ਪੈਰੋਂ ਲੈਟ ਡਾਊਨ ਹੋਣਾ ਪਿਆ, ਬੇਇੱਜ਼ਤ ਹੋਣਾ ਪਿਆ, ਖੂੰਜੇ ਲੱਗਣਾ ਪਿਆ, ਥੱਲੇ ਡਿੱਗਣਾ ਪਿਆ, ਉਹ ਅੱਗੇ ਕਦੇ ਨਹੀਂ ਸੀ ਹੋਇਆ। ਹੁਣ SGPC ਜੇ ਗਰੋ ਕਰੇ ਤੇ SGPC ਦੀ ਪੋਜੀਸ਼ਨ ਜਿਹੜੀ ਹੈ ਉਹ ਉਹੋ ਜਿਹੀ ਹੋਏਗੀ ਜਿਹੋ ਜਿਹੀ BJP ਤੇ RSS ਦੀ ਹੈ। ਬਿਲਕੁਲ ਬਿਲਕੁਲ। ਅਸੀਂ ਇਹ ਮਾਡਲ ਜਿਹੜਾ ਨਹੀਂ ਲਾਗੂ ਕਰ ਰਹੇ। ਮੈਂ ਨਹੀਂ ਕਹਿੰਦਾ ਵੀ ਤੁਸੀਂ RSS ਦਾ ਨਕਲ ਮਾਰੋ, ਪਰ RSS ਜਿਹੜੀ ਹੈ ਉਹ ਸਭ ਤੋਂ ਸਹਿ ਨਿਭਾ ਰਹੀ ਹੈ। ਤੁਸੀਂ ਨਹੀਂ ਆਪਣੀ, ਜੇ ਮਤਲਬ ਇਹ ਜਿਹੜਾ ਖਿੱਤਾ ਬਣਿਆ ਨਾ ਪੰਜਾਬੀ ਸੂਬਾ, ਇਹ ਖਿੱਤਾ ਸਿੱਖ ਖਿੱਤਾ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਸਿੱਖ ਖਿੱਤੇ ਵਿੱਚ ਅਕਾਲੀਆਂ ਦਾ ਹੀ ਰਾਜ ਹੋਣਾ ਚਾਹੀਦਾ ਸੀ, ਪਰ ਅਕਾਲੀਆਂ ਦਾ ਲਗਾਤਾਰ ਰਾਜ ਨਹੀਂ ਰਹਿ ਰਿਹਾ। ਉਹਦਾ ਕਾਰਨ ਇਹ ਹੈ ਕਿ ਅਕਾਲੀ ਜਿਹੜੇ ਨੇ ਉਹ ਇਸ ਖਿੱਤੇ ਨੂੰ ਮਤਲਬ ਇੰਡੀਪੈਂਡੈਂਟਲੀ ਗਰੋ ਨਹੀਂ ਹੋਣ ਦਿੰਦੇ। ਹੁਣ ਮਤਲਬ ਸੰਯੁਕਤ ਅਕਾਲੀ ਦਲ ਵਾਲੇ ਬਾਹਰ ਨਿਕਲੇ ਨੇ ਸਾਰੇ, ਢੀਂਡਸੇ ਹੋਣੀ, ਬ੍ਰਹਮਪੁਰੇ ਹੋਣੀ ਬਾਹਰ ਨਿਕਲੇ ਨੇ, ਤੇ ਉਹ ਕਿਹੜੀ ਗੱਲ ਤੇ ਨਿਕਲੇ ਨੇ? ਇਸ ਗੱਲ ਤੇ ਨਿਕਲੇ ਨੇ ਨਾ ਵੀ ਸੁਖਬੀਰ ਦੀ ਥਾਂ ਤੇ ਕਿਸੇ ਨੂੰ ਵੀ ਪ੍ਰਧਾਨ ਬਣਾ ਲਓ। ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕੀਤਾ। ਹਰਸਿਮਰਤ ਦੀ ਥਾਂ ਤੇ ਕਿਸੇ ਨੂੰ ਵੀ ਵਜ਼ੀਰ ਬਣਾ ਲਓ, ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕੀਤਾ। ਮੈਨੂੰ ਇਸ ਗੱਲ ਦਾ ਪਰਸਨਲ ਇਨਫੋਰਮੇਸ਼ਨ ਹੈ ਕਿ ਜਦੋਂ ਕੇਂਦਰ, ਇਹ ਜਦੋਂ 9 ਮਾਸ ਦਾ ਰਿਸ਼ਤਾ ਸੀ, ਉਦੋਂ ਅਕਾਲੀਆਂ ਨੂੰ ਅਕੋਮੋਡੇਟ ਕਰਨਾ ਚਾਹੁੰਦੇ ਸੀ ਤੇ ਬਾਦਲ ਸਾਹਿਬ ਕਹਿੰਦੇ ਸਾਨੂੰ ਤਾਂ ਲੋੜ ਨਹੀਂ। ਤੇ ਜੇ ਉਹ ਅਕਾਲੀ ਕਹਿੰਦੇ ਸੀ ਵੀ ਤੁਸੀਂ ਕਿਉਂ ਨਹੀਂ ਕਹਿੰਦੇ ਅਕੋਮੋਡੇਟ ਕਰਨ ਵਾਸਤੇ, ਤੇ ਬਾਦਲ ਸਾਹਿਬ ਕਹਿੰਦੇ ਸੀ ਵੀ ਮੇਰੀ ਸੁਣਦੇ ਨਹੀਂ। ਉਹਨਾਂ ਦੀ ਆਪਣੀ ਗੱਲ ਸਾਰੀ ਸੁਣਦੇ ਸਨ ਉਹ, ਪਰ ਹੋਰ ਕਿਸੇ ਦੀ ਬਿਹਤਰੀ ਵਾਸਤੇ ਗੱਲ ਨਹੀਂ ਸੁਣਦੇ ਸਨ। ਇਹਦੇ ਵਿੱਚ ਹੋਇਆ ਕੀ? ਹੋਇਆ ਇਹ ਕਿ ਪਹਿਲੀ ਵਾਰ ਹਿੰਦੁਸਤਾਨ ਵਿੱਚ ਅੱਜ ਕੋਈ ਸਿੱਖ ਗਵਰਨਰ ਨਹੀਂ ਹੈ। ਪਹਿਲੀ ਵਾਰ ਸਿੱਖਾਂ ਦਾ ਪ੍ਰਤੀਨਿਧਿਤਵ ਤੇ ਕੋਈ ਨਹੀਂ ਹੈ। ਮਤਲਬ ਜੇ ਹੈਗਾ ਹੈ ਉੱਥੇ ਪੂਰੀ, ਤੇ ਉਹ ਉਹਨਾਂ ਦਾ ਪ੍ਰਤੀਨਿਧ ਹੈ, ਉਹ ਸਿੱਖਾਂ ਦਾ ਪ੍ਰਤੀਨਿਧ ਨਹੀਂ ਹੈ। ਇਸ ਕਰਕੇ ਇਹ ਪਹਿਲੀ ਵਾਰ ਜੋ ਹੋਇਆ, ਇਹ ਅਕਾਲੀ ਦਲ ਦੇ ਵਿਧਾਨ ਦੀ ਫੇਲਰ ਦੀ ਮੈਂ ਕਹਿਣਾ, ਉਹਦੇ ਵਿੱਚ ਉਹਨਾਂ ਨੇ ਮਤਲਬ ਉਹ ਹੁਣ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ ਤੇ ਲੋਕ ਕੁਐਸਚਨ ਤੇ ਕਰਨਗੇ। ਹੁਣ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਵੀ ਅਕਾਲੀ ਦਲ ਦਾ ਸਾਰਾ ਕਾਡਰ ਕਾਇਮ ਹੈ, ਕਿਉਂਕਿ ਅਕਾਲੀ ਦਲ ਕਿਤੇ ਜਾ ਨਹੀਂ ਸਕਦਾ। ਅਕਾਲੀ ਦਲ ਦੇ ਕਾਡਰ ਦੇ ਬੰਦੇ ਜਿਹੜੇ ਨੇ ਜਦੋਂ ਚੈਨਲ ਤੇ ਆਉਂਦੇ ਨੇ, ਬਹਿਸ ਕਰਦੇ ਨੇ ਤੇ ਮਾਰਨ ਤੱਕ ਜਾਂਦੇ ਨੇ। ਬਿਲਕੁਲ। ਪਰ ਉਹਨਾਂ ਨੂੰ ਇਹ ਨਹੀਂ, ਇਸ ਸਾਲ ਦਾ ਜਵਾਬ ਦੇਣ ਨੂੰ ਨਹੀਂ ਤਿਆਰ। ਮੈਂ ਇਹ ਸਵਾਲ ਜਿਹੜਾ ਤੁਹਾਡੇ ਰਾਹੀਂ ਕਰਨਾ ਚਾਹਨਾ ਵੀ ਤੁਸੀਂ ਇਹ ਦੱਸੋ ਵੀ ਜਦੋਂ ਸਾਹਮਣੇ ਆ ਗਈ ਇਹ ਗੱਲ ਕਿ ਜੇ SGPC ਨੂੰ ਅਕਾਲੀ ਦਲ ਇੰਡੀਪੈਂਡੈਂਟ ਨਹੀਂ ਕਰਦਾ ਤੇ ਅਕਾਲੀ ਦਲ ਕਮਜ਼ੋਰ ਹੋ ਜਾਏਗਾ। ਕਮਜ਼ੋਰ ਅਕਾਲੀ ਦਲ ਹੋ ਚੁੱਕਿਆ ਹੋਇਆ ਹੈ, ਕਿਉਂਕਿ ਸੁਖਬੀਰ ਦੀ ਅਗਵਾਈ ਵਿੱਚ ਉਹਦੀ ਉਹ ਮਾਨਤਾ ਨਹੀਂ ਹੈ ਜਿਹੜੀ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸੀ। ਹੁਣ ਜੇ ਉਹ ਹੁਣ ਉਹ 'ਚ ਦੂਜਾ ਸਵਾਲ ਪੈਦਾ ਹੋ ਗਿਆ ਵੀ ਜੇ ਅਕਾਲੀ ਦਲ ਨੇ ਜਿਹੜਾ ਹੈ ਉਹਨੂੰ, ਤੇ ਅਕਾਲੀ ਦਲ ਨੇ ਅਕਾਲੀ ਦਲ ਰਹਿਣਾ। ਇਹ ਪੰਜਾਬ ਦੀ ਇੱਕ ਪਾਰਟੀ ਹੈ ਜਿਹੜਾ ਸਿੱਖ ਕਲਚਰ ਤੇ ਬੇਸਡ ਹੈ, ਸਿੱਖ ਰਿਲੀਜਨ ਤੇ ਬੇਸਡ ਹੈ, ਸਿੱਖ ਸਪਿਰਿਟ ਤੇ ਬੇਸਡ ਹੈ, ਸਿੱਖ ਈਥੋਸ ਤੇ ਬੇਸਡ ਹੈ। ਇਹਨੇ ਕਿਧਰੇ ਨਹੀਂ ਜਾਣਾ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ, ਪਹਿਲਾਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪ ਮੋਗਾ ਵੇਲੇ ਜਦੋਂ ਉਹਨੂੰ ਪੰਜਾਬੀ ਪਾਰਟੀ ਬਣਾਇਆ, ਉਦੋਂ ਉਹਨਾਂ ਨੇ ਕਿਸੇ ਸਿੱਖ ਨੂੰ ਕੰਸਲਟ ਕਰਨ ਦੀ ਥਾਂ ਤੇ ਉਹਨੂੰ ਅਡਵਾਨੀ ਨੂੰ ਜਾ ਕੇ ਕੰਸਲਟ ਕੀਤਾ ਸੀ, ਅਡਵਾਨੀ ਦੀ ਹਾਜ਼ਰੀ 'ਚ ਬਣਾਇਆ ਸੀ। ਉਹ ਪ੍ਰਕਾਸ਼ ਸਿੰਘ ਬਾਦਲ ਦਾ ਜੈਸ਼ਰ ਜਿਹੜਾ ਹੈ ਉਹ ਪੰਜਾਬ ਤੇ ਕਬਜ਼ਾ ਹਿੰਦੂ ਸਿੱਖ ਯੂਨਿਟੀ ਦੇ ਨਾਂ ਹੇਠ ਮਤਲਬ ਉਹ ਪੰਜਾਬੀ ਪਾਰਟੀ ਬਣਾਉਣਾ ਚਾਹੁੰਦਾ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪੰਥਕ ਸਪਿਰਿਟ ਵਿੱਚ ਨਾ ਸੀ ਕਦੇ, ਨਾ ਉਹ ਰਹਿਣਾ ਚਾਹੁੰਦਾ ਸੀ, ਕਿਉਂਕਿ ਪੰਥਕ ਸਪਿਰਿਟ ਹੈ ਨਾ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕੀ ਔਖਾ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਸਪਿਰਿਟ ਕਿਉਂ ਨਹੀਂ ਰਿਹਾ, ਇਹਦੇ ਲੰਬੇ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੇ ਉਹਨੂੰ ਢੱਕ ਕੇ ਰੱਖਿਆ। ਜਿਹੜਾ ਉਹ ਨਹੀਂ ਵੀ ਸਨ ਤੇ ਉਹ ਉਹਨੂੰ ਨੰਗਾ ਨਹੀਂ ਸਨ ਹੋਣ ਦਿੰਦੇ, ਉਹਨਾਂ ਨੂੰ ਫੜਿਆ ਜਾਣਾ ਔਖਾ ਨਹੀਂ ਸੀ। ਪਰ ਜਦੋਂ ਉਹਨਾਂ ਨੇ ਸੁਖਬੀਰ ਦੇ ਰਾਹੀਂ ਇੱਕ ਮੋਨਿਆਂ ਦਾ ਟੋਲਾ ਅਕਾਲੀ ਦਲ 'ਚ ਵਾੜ ਦਿੱਤਾ, ਜਦੋਂ ਮਤਲਬ ਹੁਣ ਤੁਸੀਂ ਦੇਖੋ ਨਾ ਪਟਿਆਲਾ ਹੈ, ਪਟਿਆਲਾ ਦਾ ਪ੍ਰਧਾਨ ਜਿਹੜਾ ਹੈ
ਉਹ ਹੁਣ ਮਤਲਬ ਉਹਨੂੰ ਮਤਲਬ ਬਣਾਇਆ ਹੋਇਆ ਉਹਨੂੰ ਅਕਾਲੀ ਕਿਵੇਂ ਕਹੋਗੇ? ਅਕਾਲੀ ਤੇ ਜਿਹੜਾ ਹੈ ਉਹ ਮਤਲਬ ਸਿੱਖ ਇਤਿਹਾਸ ਵਿੱਚ ਹੋਣਾ ਚਾਹੀਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਸਿੱਖ ਇਤਿਹਾਸ ਵਿੱਚ ਮੈਨੂੰ ਮਤਲਬ ਜਿਹਨੂੰ ਬਣਾਇਆ ਉਹਦੇ ਤੇ ਕੋਈ ਇਤਰਾਜ਼ ਨਹੀਂ, ਉਹਦਾ ਰਾਈਟ ਹੈ। ਉਹ ਪੋਲੀਟੀਕਲੀ ਤੇ ਅਕਾਲੀ ਹੋ ਸਕਦਾ ਹੈ, ਅਕਾਲੀ ਪੋਲਿਟਿਕਸ ਦਾ ਹਿੱਸਾ ਹੋ ਸਕਦਾ ਹੈ, ਪਰ ਅਕਾਲੀ ਜੇ ਉਹਦੇ ਪੋਲਿਟਿਕਸ ਦਾ ਹਿੱਸਾ ਕੱਲ ਉਹ MLA ਬਣ ਜਾਂਦਾ, ਇਹਨਾਂ ਦੀ ਸਰਕਾਰ ਬਣ ਜਾਏ ਤੇ ਫਿਰ ਉਹ ਜਿਹੜਾ ਹੈ ਉਹਦੀ ਸ਼੍ਰੋਮਣੀ ਕਮੇਟੀ ਤੇ ਚੱਲਣ ਲੱਗ ਜਾਏਗੀ ਨਾ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕੀ ਕਰਾਂਗੇ। ਕਾਂਗਰਸ ਨੇ ਘੱਟੋ ਘੱਟ ਇਹ ਤੇ ਨਹੀਂ ਨਾ ਕੀਤਾ ਵੀ ਉਹ ਕੋਈ ਉਹਨਾਂ ਦਾ MLA, ਉਹਨਾਂ ਸਾਰੀਆਂ ਪਾਰਟੀਆਂ ਦੇ ਨਾਲ ਬੰਦੇ ਹੁੰਦੇ ਨੇ, ਪਰ ਉਹ ਆਪਣੇ ਆਪ ਨੂੰ ਧਾਰਮਿਕ ਦਾਅਵੇਦਾਰ ਕਰਦੇ ਹੀ ਨਹੀਂ। ਉਹ ਉਸ ਤਰ੍ਹਾਂ SBC ਡਾਇਰੈਕਟ ਇਲੈਕਸ਼ਨ ਲੜਦੇ ਹੀ ਨਹੀਂ, ਇਹ ਟਿਕਟ ਵੀ ਦਿੰਦੇ ਨੇ। ਇਹਦੇ ਵਾਸਤੇ ਉਹਨਾਂ ਤੇ ਮੁਕੱਦਮਾ ਹੋਇਆ ਹੈ, ਸੁਖਬੀਰ ਬਾਦਲ ਨੂੰ ਉਹਦੇ ਜ਼ਮਾਨਤ ਲੈਣੀ ਪਈ ਹੈ। ਪਰ ਜਦੋਂ ਅਕਾਲੀਆਂ ਦੇ ਜਿਹੜੀ ਲੀਡਰਸ਼ਿਪ ਹੈ ਉਹ ਉਹਨਾਂ ਨੂੰ ਪੁੱਛਦੇ, ਕੋਈ ਅਬਲ ਤੇ ਕੌਣ ਪੁੱਛੇਗਾ, ਕੌਣ ਦੱਸੇਗਾ? ਜੇ ਉਹਨਾਂ ਨੂੰ ਇਹ ਗੱਲ ਪੁੱਛੋ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਹੈ ਵੀ ਅਕਾਲੀ ਦਲ ਦੀ ਮਤਲਬ ਜਿਹੜੀ ਹੈ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਕਮਜ਼ੋਰ ਹੁੰਦਾ ਤੁਰਿਆ ਜਾਏਗਾ, ਤੇ ਜਿੰਨੀ ਮਾਤਰਾ ਵਿੱਚ ਤੁਸੀਂ ਸੁਖਬੀਰ ਨੂੰ ਤਗੜਾ ਕਰੋਗੇ ਉਨੀ ਮਾਤਰਾ ਵਿੱਚ ਅਕਾਲੀ ਦਲ ਕਮਜ਼ੋਰ ਹੋ ਜਾਏਗਾ, ਪਹਿਲਾਂ ਹੀ ਪਤਾ ਹੈ। ਹੁਣ ਜੇ ਅਕਾਲੀ ਹੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਰਾਹ ਪਰ ਜਾਣਗੇ, ਬਿਲਕੁਲ ਉਹੀ ਗੱਲ ਹੈ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੀ ਜੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣਾ ਚਾਹੁੰਦਾ, ਕੌਣ ਰੋਕ ਸਕਦਾ ਸੀ? ਬਿਲਕੁਲ। ਜੇ ਅਕਾਲੀ ਦਲ ਦੇ ਜਿਹੜੇ ਬੰਦੇ ਨੇ, ਜਿਹੜੇ ਕਾਡਰ ਹੈ ਅਕਾਲੀ ਦਲ ਦਾ, ਜੇ ਉਹ ਹੀ ਅੰਡਰਸਟੈਂਡ ਕਰਨ ਨੂੰ ਤਿਆਰ ਨਹੀਂ ਹੈ ਤੇ ਉਹਨਾਂ ਦੇ ਮਤਲਬ ਉਹਨੂੰ ਕੌਣ ਕਰ ਸਕਦਾ? ਹੁਣ PTC ਤੇ ਜਿਹੜੇ ਬੈਠੇ ਨੇ ਉਹ ਇਹਨੂੰ ਕਹਿਣਗੇ ਵੀ ਨਹੀਂ ਅਸੀਂ ਮਤਲਬ ਮੈਂ ਤੇ ਮੇਰੇ ਤੇ ਇਹ ਤਾਂ ਕੋਈ ਸਵਾਲ ਨਹੀਂ ਨਾ ਕਰ ਸਕਦਾ ਵੀ ਮੈਂ ਸਿੱਖ ਨਹੀਂ ਹਾਂ ਜਾਂ ਮੈਂ ਪੰਥਕ ਨਹੀਂ ਹਾਂ, ਇਹ ਮੇਰੇ ਤੇ ਸਵਾਲ ਨਹੀਂ ਹੋ ਸਕਦਾ। ਇਹ ਸਵਾਲ ਸੁਖਬੀਰ ਸਿੰਘ ਬਾਦਲ ਦੇ ਹੋ ਰਿਹਾ। ਪਹਿਲਾ ਅਕਾਲੀ ਪ੍ਰਧਾਨ ਅਕਾਲੀ ਦਲ ਦੀ ਹਿਸਟਰੀ 'ਚ 1920 ਤੋਂ ਅੱਜ ਤੱਕ ਪਹਿਲਾ ਅਕਾਲੀ ਪ੍ਰਧਾਨ ਹੈ ਜਿਹੜਾ ਇਸ ਫਾਰਮ ਵਿੱਚ ਹੈ। ਅਕਾਲੀ ਦਲ ਪ੍ਰਧਾਨ ਦਾੜੀ ਬੰਨੀ ਵਾਲੇ ਦੇ ਬੰਦੇ ਰਹੇ ਨੇ। ਆਤਮਾ ਸਿੰਘ ਦੀ ਦਾੜੀ ਬੰਨੀ ਹੁੰਦੀ ਸੀ, ਫਿਕਸੋ ਲਾਉਂਦੇ ਸਨ, ਪਰ ਉਹ ਪੰਥਕ ਕਿੰਨੇ ਪੱਕੇ ਸਨ ਸਾਰਿਆਂ ਨੂੰ ਪਤਾ ਹੈ। ਉਹ ਮਿਨਿਸਟਰ ਬਣੇ ਸਨ ਤੇ ਆਪਣੀ ਮਤਲਬ ਉਹਦੇ ਕੜਾ ਰੱਖਦੇ ਸਨ, ਕੜੇ ਰੱਖਦੇ ਸਨ, ਮਤਲਬ ਉਹਨਾਂ ਨੇ ਮਤਲਬ ਸਿੱਖੀ ਨਾਲ ਜੋੜਨ ਵਾਸਤੇ ਹਰ ਕੋਸ਼ਿਸ਼ ਕਰਦੇ ਸਨ। ਆਪਣੀ ਮਿਲੀ ਹੋਈ ਤਾਕਤ ਸਿੱਖੀ ਦੇ ਅੱਖ ਵਿੱਚ ਵਰਤਦੇ ਸਨ। ਇਹ ਦੱਸਣ ਕਿ 10 ਸਾਲ ਅਕਾਲੀ ਦਲ ਦੀ ਰਾਜ ਰਿਹਾ, 10 ਸਾਲ ਸੁਖਬੀਰ ਸਿੰਘ ਬਾਦਲ ਦੀ ਤੂਤੀ ਬੋਲਦੀ ਰਹੀ। ਉਹ ਇਹ ਦੱਸੇ ਵੀ ਕਿਹੜੇ ਵੇਲੇ ਪੰਥ ਦਾ ਕੀ ਕੀਤਾ। ਜੇ ਉਹ ਕਹਿਣ ਅਸੀਂ ਸੜਕਾਂ ਬਣਾਤੀਆਂ, ਜੇ ਉਹ ਕਹਿਣ ਅਸੀਂ ਬਿਜਲੀ ਠੀਕ ਕਰਤੀ, ਇਹ ਤਾਂ ਸਰਕਾਰਾਂ ਦੇ ਕੰਮ ਨਾ ਕਰੋ, ਕੀਤੀ ਜਾਂ ਨਾ ਕੀਤੀ ਦੂਜੇ ਪੁੱਛਣਗੇ। ਮੇਰਾ ਕੰਸਰਨ ਸਿਰਫ ਇੰਨਾ ਹੈ ਕਿ ਮੈਨੂੰ ਉਹ ਇਹ ਦੱਸਣ ਕਿ ਉਹਨਾਂ 10 ਸਾਲਾਂ ਵਿੱਚ ਉਹਨੇ ਪੰਥ ਦਾ ਕੀ ਕੀਤਾ। ਉਹ ਕਹਿਣਗੇ ਵੀ ਅਸੀਂ ਸਿਆਸੀ ਪਾਰਟੀ ਨਹੀਂ, SCPC ਕਰਦੀ ਹੈ। SCPC ਦੇ ਪ੍ਰਧਾਨ ਨਾਲ ਮਰਜ਼ੀ ਨਾਲ ਲਾਏ, ਉਹਨਾਂ ਤੋਂ ਬਿਨਾਂ ਇੱਕ ਪ੍ਰਧਾਨ ਇੱਕ ਲੱਗਿਆ ਮੱਖੜ ਹਾਈ ਕੋਰਟ ਦੇ ਰਾਹੀਂ, ਤੇ ਜਦੋਂ ਮੌਕਾ ਮਿਲਿਆ ਉਹਨਾਂ ਲਾਤਾ ਉਸੇ ਵੇਲੇ। ਹੁਣ ਮੇਰਾ ਮਤਲਬ ਇਹ ਹੈ ਕਿ ਇਸ ਵੇਲੇ ਹਾਲਤ ਇਹ ਹੈ ਕਿ ਤੁਸੀਂ ਨਾ ਕੋਈ ਇੰਸਟੀਟਿਊਸ਼ਨ, ਸਿੱਖ ਇੰਸਟੀਟਿਊਸ਼ਨ ਬਚਿਆ ਹੈ, ਨਾ ਕਿਸੇ ਦੀ ਚੱਲਦੀ ਹੈ, ਤੇ ਕੇਵਲ ਜਿਹੜੀ ਹੈ ਸ਼ੁੱਧ ਪੋਲਿਟਿਕਸ। ਔਰ ਦੇਖੋ ਇਹ ਸਾਰਿਆਂ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਉਸ ਮਾਤਰਾ ਵਿੱਚ ਪੰਥਕ ਨਹੀਂ ਹੈ ਜਿਸ ਮਾਤਰਾ ਵਿੱਚ ਉਹ ਕਾਰਪੋਰੇਟ ਦਾ ਬੰਦਾ ਹੈ। ਉਹਨੂੰ ਪੈਸਾ ਉਹਦੇ ਕੋਲ ਹੈ, ਉਹਨੂੰ ਪੈਸਾ ਇਨਵੈਸਟ ਕਰਨਾ ਆਉਂਦਾ ਹੈ ਤੇ ਉਹਦੀ ਰਿਟਰਨ ਲੈਣੀ ਆਉਂਦੀ ਹੈ। ਇਹਦਾ ਪੰਥ ਨਾਲ ਕੋਈ ਤਾਲੁਕ ਨਹੀਂ ਹੈ। ਬਿਲਕੁਲ। ਇਹਦੇ ਹਾਲਾਤ ਵਿੱਚ ਜਿਹੜੀ ਸਭ ਤੋਂ ਵੱਡੀ ਉਹਨਾਂ ਨੂੰ ਮਾਰ ਪਈ, ਜਿਹਦੇ ਕਰਕੇ ਉਹ ਕਹਿੰਦੇ ਸੀ 25 ਸਾਲ ਰਾਜ ਕਰਨਾ ਤੇ 11ਵੇਂ ਸਾਲ ਉਹਨਾਂ ਨੂੰ ਹਾਰਨਾ ਪਿਆ, ਉਹ ਸੀ ਬਰਗਾੜੀ ਵਾਲਾ ਮੋਰਚਾ। ਉਹ ਵੀ ਪੰਥਕ ਸੀ। ਬਿਲਕੁਲ ਬਿਲਕੁਲ ਬਿਲਕੁਲ। ਜਦੋਂ ਸਾਰਾ ਪੰਜਾਬ ਸੜਕਾਂ ਤੇ ਨਿਕਲਿਆ ਹੋਇਆ ਸੀ, ਪਰ ਮੈਂ ਦੇਖਦਾ ਵੀ ਉਹਦੇ ਵਿੱਚ ਆਪਦੇ ਕੁਝ ਬੰਦੇ ਜਿਨ੍ਹਾਂ ਨੇ ਜਿਹੜੇ ਉੱਥੇ ਸਟੇਜ ਤੇ ਸੜਕਾਂ ਤੇ ਨਿਕਲਿਆ ਹੋਇਆ ਵਿੱਚ ਬੈਠੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਤੇ ਐਲੀਗੇਸ਼ਨ ਲੱਗਿਆ ਵੀ ਸ਼ਰਾਬ ਪੀਤੀ ਹੋਈ ਸੀ, ਪਰ ਉਹ ਉੱਥੇ ਨਿਕਲੇ। ਅਕਾਲੀ ਦਲ ਦਾ ਕੋਈ ਬੰਦਾ ਨਹੀਂ ਨਿਕਲਿਆ। ਯਾਨੀ ਮੋਨਾ ਬੰਦਾ, ਆਪ ਦਾ ਬੰਦਾ, ਦਾਰੂ ਵਾਲਾ ਬੰਦਾ, ਉਹ ਤੇ ਉਹਦੇ 'ਚ ਕਹਿ ਰਿਹਾ ਵੀ ਗਲਤ ਹੋ ਗਿਆ ਬਰਗਾੜੀ ਵਾਲਾ। ਅਕਾਲੀ ਕੋਈ ਨਹੀਂ ਕਹਿ ਰਿਹਾ। ਜਦੋਂ ਅਕਾਲੀ ਨਹੀਂ ਕਹਿ ਰਿਹਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਕੋਈ ਨਹੀਂ ਕਹਿ ਰਿਹਾ। ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਕਹਿ ਰਿਹਾ, ਅਕਾਲੀ ਦਲ ਦਾ ਜਥੇਦਾਰ ਵੀ ਕੋਈ ਨਹੀਂ ਕਹਿ ਰਿਹਾ। ਤੁਸੀਂ ਦੇਖੋ ਇਹ ਕਿਹੋ ਜਿਹੀ ਸਿਚੁਏਸ਼ਨ ਹੈ।
ਬਿਲਕੁਲ ਬਿਲकुल ਇਸ ਵੇਲੇ ਸਾਡੀ ਹਾਲਤ ਇਹ ਹੈ ਸੁਖਵਿੰਦਰ ਕਿ ਚਲੋ ਤੁਸੀਂ ਸਵਾਲ ਕਰ ਲਓ ਪਹਿਲਾਂ। जी 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 बिल्कुल बिल्कुल विचार ਤੁਹਾਡੇ ਕਾਫੀ ਐਮਸੀ ਜ਼ਰੂਰੀ ਸੀ ਕਿ ਸਵਾਲ ਇਹਦੇ ਤੇ ਕਾਫੀ ਦੇਰ ਦਾ ਮਨ ਵਿੱਚ ਆ ਰਿਹਾ ਸੀ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਆਰਐਸਐਸ ਤੇ ਬੀਜੇਪੀ ਦੀ ਆਈਡੀਓਲੋਜੀ ਦੀ ਉਹ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਢੰਗ ਨਾਲ ਅੱਗੇ ਵਧ ਰਹੀ ਹੈ। ਆਰਐਸਐਸ ਸਪੋਰਟ ਕਰਦੀ ਹੈ ਤੇ ਬੀਜੇਪੀ ਅੱਗੇ ਵਧਦੀ ਹੈ ਸਿਆਸੀ ਤੌਰ ਦੇ ਉੱਤੇ ਉਹਨਾਂ ਦੇ ਮਨਸੂਬਿਆਂ ਨੂੰ ਪੂਰਾ ਕਰਦੀ ਹੈ। ਇਹ ਤੁਹਾਡਾ ਕਹਿਣਾ। ਦੂਜੇ ਬੰਨੇ ਇਧਰੋਂ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਦੇਖਦੇ ਹਾਂ ਕਿ ਜੇ ਇਹਨੂੰ ਇੰਡੀਵਿਜੂਅਲ ਕਰ ਦਿੱਤਾ ਜਾਏ ਆਪਣੇ ਤੌਰ ਦੇ ਉੱਤੇ ਕਰ ਦਿੱਤਾ ਜਾਏ ਅਕਾਲੀ ਦਲ ਜੇ ਡੈਮੋਕ੍ਰੈਟਿਕ ਹੋਣ ਦੀ ਗੱਲ ਕਰਦਾ ਆ ਪਰ ਇਹ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਕਿ ਅਕਾਲੀ ਦਲ ਪੰਜਾਬੀ ਪਾਰਟੀ ਵਜੋਂ ਵਿਚਰੇ ਕਿਉਂਕਿ ਫਿਰ ਲੋਕਾਂ ਦੇ ਵਿੱਚੋਂ ਵੀ ਸਵਾਲ ਉੱਠਣਗੇ ਕਿ ਅਕਾਲੀ ਦਲ ਜੇ ਸਿਰਫ ਸਿੱਖਾਂ ਦੀ ਨੁਮਾਇੰਦਗੀ ਕਰੂਗਾ ਵੋਟ ਤਾਂ ਉਹ ਸਾਰੇ ਫਿਰਕਿਆਂ ਤੋਂ ਲੈਂਦੇ ਨੇ ਤਾਂ ਉਹਨਾਂ ਦੀ ਗੱਲ ਕਰਨ ਦੇ ਲਈ ਉਹਨਾਂ ਨੂੰ ਪੰਜਾਬੀ ਪਾਰਟੀ ਹੋਣਾ ਲਾਜ਼ਮੀ ਹੈ ਉਸ ਢੰਗ ਦੇ ਨਾਲ ਵਿਚਰਨਾ ਲਾਜ਼ਮੀ ਹੈ। ਲਾਜ਼ਮੀ ਤੇ ਸੁਖਵਿੰਦਰ ਉਹਨਾਂ ਵਾਸਤੇ ਕੁਛ ਨਹੀਂ। ਲਾਜ਼ਮੀ ਤਾਂ ਉਹਨਾਂ ਦੇ ਤਾਕਤ ਨੂੰ ਹੱਥ 'ਚ ਲੈ ਕੇ ਆਪਣੀ ਜਾਇਦਾਦ ਸੰਭਾਲਣਾ ਹੈ। ਇਹ ਤੇ ਹੈ ਹੀ ਨਹੀਂ। ਜੇ ਉਹ ਤਾਕਤ ਲੈਣੀ ਹੈ ਜਿਵੇਂ ਵੀ ਮਿਲਦੀ ਹੋਵੇ। ਹੁਣ ਮਤਲਬ ਹਾਲਤ ਇਹ ਹੋਈ ਪਈ ਹੈ ਨਾ ਵੀ ਸੁਖਬੀਰ ਬਾਦਲ ਇਹ ਕਹਿ ਰਿਹਾ ਵੀ ਜੋ ਮਰਜ਼ੀ ਮੇਰੇ ਕੋਲ ਮਨਵਾ ਲਓ ਪਰ ਮੈਨੂੰ ਇੱਕ ਵਾਰ ਮਤਲਬ ਤਾਕਤ ਦੇ ਦਿਓ। ਹੁਣ ਮਤਲਬ ਮੇਰਾ ਸਵਾਲ ਤਾਕਤ ਲਵੇ ਉਹ ਪੋਲੀਟੀਸ਼ੀਅਨ ਹੈ ਉਹਦਾ ਹੱਕ ਬਣਦਾ ਇਹ ਤਾਕਤ ਆਵੇ ਉਹਨਾਂ ਕੋਲ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਪਰ ਮੈਨੂੰ ਸਿੱਖ ਦੇ ਤੌਰ ਤੇ ਇਹ ਹੈ ਵੀ ਭਾਈ ਤਾਕਤ ਤੁਹਾਡੇ ਕੋਲ ਇੰਨਾ ਚਿਰ ਰਹੀ ਹੈ। ਤੁਹਾਡੇ ਪਿਤਾ ਜੀ ਇੰਨੇ ਚਿਰ ਮਤਲਬ ਚੀਫ ਮਿਨਿਸਟਰ ਰਹੇ ਨੇ ਤੁਸੀਂ ਉਹਨਾਂ ਨੂੰ ਯੂਨੀਵਰਸਿਟੀ ਕਹਿੰਦੇ ਹੋ ਪੋਲਿਟਿਕਸ ਦੀ ਤੇ ਉਹਦੇ ਵਿੱਚੋਂ ਸਿੱਖੀ ਨੂੰ ਕੀ ਮਿਲਿਆ ਹੈ। ਸਿੱਖੀ ਨੂੰ ਤੇ ਇਹ ਮਿਲਿਆ ਨਾ ਵੀ ਮਤਲਬ ਜੇਬ ਵਿੱਚੋਂ ਨਿਕਲਣਾ ਹੈ ਲਿਫਾਫੇ ਵਿੱਚੋਂ ਨਿਕਲਣਾ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਨਿਕਲਿਆ ਨਾ। ਤੁਸੀਂ ਦੇਖੋ ਵੀ ਇਹ ਬੰਦੇ ਜਿਹੜੇ ਨੇ ਇਹ ਬੰਦੇ ਇਸ ਗੱਲ ਨੂੰ ਕੰਟੈਸਟ ਵੀ ਨਹੀਂ ਕਰਦੇ ਇਸ ਗੱਲ ਤੇ ਭੋਰਾ ਪਰ ਲਿਖਦੇ ਨਹੀਂ ਇਹਨੂੰ ਉਹ ਸਮਝਦੇ ਨੇ ਵੀ ਤੁਹਾਡਾ ਕੰਮ ਸਾਡਾ ਕੰਮ ਕਰਨਾ ਤੁਹਾਡਾ ਕੰਮ ਕਹਿਣਾ ਹੈ। ਇਹ ਤਾਂ ਹੁਣ ਇਹ ਵੇਖਣਾ ਪਏਗਾ ਨਾ ਵੀ ਜਿੰਨੀਆਂ ਉਧੜ ਧੁਵੀਆਂ ਭਾਵੇਂ ਉਹ ਸ਼੍ਰੋਮਣੀ ਕਮੇਟੀ 'ਚ ਹੋਈਆਂ ਨੇ ਭਾਵੇਂ ਉਹ ਅਕਾਲ ਤਖਤ ਵੱਲੋਂ ਦੇ ਨਾਂ ਤੇ ਹੋਈਆਂ ਨੇ ਜਾਂ ਉਹ ਸਿੱਖਾਂ ਵਿੱਚ ਉਂਝ ਹੋਈਆਂ ਨੇ ਉਹ ਸਾਰੀਆਂ ਅਕਾਲੀ ਦਲ ਦੇ ਪੈਰੋਂ ਹੋ ਰਹੀਆਂ ਨੇ। ਸਾਨੂੰ ਤੇ ਮੈਨੂੰ ਤੇ ਲੱਗਦਾ ਹੈ ਨਾ ਵੀ ਜੇ ਕੋਈ ਕੇਸਾਧਾਰੀ ਸਿੱਖ ਹੀ ਨਹੀਂ ਦਿਸੂਗਾ ਜਿਵੇਂ ਕਿ ਸੁਖਬੀਰ ਦੀ ਪਾਰਟੀ ਚੋਣ ਹੈਗਾ ਇਸ ਵੇਲੇ ਉਹਦੇ 'ਚ ਮਤਲਬ ਬਹੁਤ ਸਾਰੇ ਬੰਦੇ ਜਿਹੜੇ ਨੇ ਸੋਈ ਬਣਾਈ ਉਹ ਨਿਰੇ ਹੀ ਮੋਨਿਆਂ ਦੀ ਸੀ ਹੁਣ ਉਹ ਧੜਾ ਮੋਨਿਆਂ ਨੂੰ ਟਿਕਟਾਂ ਦੇਈ ਜਾਂਦੇ ਨੇ। ਹੁਣ ਇਹ ਹੈ ਨਾ ਵੀ ਜਿਹੜੀ ਉਹਨਾਂ ਦਾ ਹੰਕਾਰ ਹੈ ਉਹਨਾਂ ਨੇ ਅਕਾਲੀ ਦਲ ਨੂੰ ਦਾ ਮਾਲਕ ਸਮਝ ਲਿਆ ਆਪਣੇ ਆਪ ਨੂੰ। ਅਕਾਲੀ ਦਲ ਦਾ ਮਾਲਕ ਹੋਣ ਦੀ ਕਦੇ ਕਿਸੇ ਨੇ ਗੁਸਤਾਖੀ ਨਹੀਂ ਕੀਤੀ। ਆਗੂ ਹੋਣ ਦੀ ਗੁਸਤਾਖੀ ਕੀਤੀ ਹੈ। ਇਹਨਾਂ ਨੇ ਆਗੂ ਦੀ ਹੈਸੀਅਤ ਵਿੱਚ ਮਾਲਕ ਹੋਣਾ ਸ਼ੁਰੂ ਕਰ ਦਿੱਤਾ ਹੈ। ਜੋ ਕਹਿੰਦੇ ਨੇ ਉਹੀ ਠੀਕ ਹੈ। ਮੈਨੂੰ ਅੰਦਰੋਂ ਪਤਾ ਹੈ ਇਹਨਾਂ ਗੱਲਾਂ ਦਾ ਵੀ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਉਹਨਾਂ ਤੋਂ ਪੁੱਛ ਕੇ ਕਰਨੀਆਂ ਪੈ ਰਹੀਆਂ ਨੇ। ਬਿਲਕੁਲ ਕਿਹਨੂੰ ਮਤਲਬ ਗੁਰਦੁਆਰੇ ਦੀ ਕਿਹੜੀ ਜ਼ਮੀਨ ਜਿਹੜੀ ਹੈ ਕਿਹਨੂੰ ਦੇਣੀ ਹੈ ਉਹ ਉਹਨਾਂ ਦੇ ਮਰਜ਼ੀ ਤੋਂ ਬਿਨਾਂ ਨਹੀਂ ਹੋ ਰਿਹਾ। ਹੁਣ ਇਹ ਜਿਹੜੀਆਂ ਨੇ ਤੇ ਇਹਨੂੰ ਧਿਆਨ 'ਚ ਰੱਖਾਂਗੇ ਤੇ ਇਹ ਕਹਾਂਗੇ ਕਿ ਭਾਈ ਤੁਸੀਂ ਸਿਆਸਤ ਕਰੋ ਸਿਆਸਤ ਹਿੰਦੁਸਤਾਨ ਦੇ ਕਾਬਜ ਹੋਏ ਮਤਲਬ ਮੈਂ ਚਾਹਣਾ ਵੀ ਜਿੰਨੀ ਉਹ 'ਚ ਹੈਗਾ ਟ੍ਰੇਨਡ ਹੈ ਉਹ ਜਿੰਨਾ ਉਹ ਕੋਲ ਪੈਸਾ ਹੈ ਜਿੰਨਾ ਉਹ ਕਾਰਪੋਰੇਟ ਦਾ ਬੰਦਾ ਹੈ ਜਿਵੇਂ ਅਡਾਨੀ ਅੰਬਾਨੀ ਨੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੁਖਬੀਰ ਹਿੰਦੁਸਤਾਨ ਤੇ ਕਬਜ਼ਾ ਕਰੇ ਮੈਂ ਖੁਸ਼ ਹੋਵਾਂਗਾ। ਬਿਲਕੁਲ ਇੱਕ ਸਿੱਖ ਦਾ ਕਬਜ਼ਾ ਹੋਇਆ ਹੈ ਪਰ ਜੇ ਉਹ ਉਸ ਇਸ ਆੜ ਵਿੱਚ ਕਬਜ਼ਾ ਵੀ ਉੱਥੇ ਕਰੇ ਜਿੱਥੇ ਕਬਜ਼ੇ ਦੀ ਲੋੜ ਹੀ ਨਹੀਂ। ਬਿਲਕੁਲ ਤੇ ਲੋਕਾਂ ਦਾ ਨਾ ਭਾਈ ਹੁਣ ਮੈਨੂੰ ਇਹ ਗੱਲ ਜਿਹੜੀ ਆ ਮੈਂ ਫਿਰ ਕਲੀਅਰ ਕਰ ਦਿਆਂ ਕਿ ਮੈਂ ਆਰਐਸਐਸ ਮਾਡਲ ਦੀ ਗੱਲ ਕਰ ਰਿਹਾ ਆਰਐਸਐਸ ਦੀ ਗੱਲ ਨਹੀਂ ਕਰ ਰਿਹਾ। ਮੇਰੇ ਮੁਤਾਬਕ ਆਰਐਸਐਸ ਦੇ ਵਿੱਚ ਉਹ ਇੱਕ ਮੈਜੋਰਿਟੇਰੀਅਨ ਪਾਰਟੀ ਮਤਲਬ ਹੈਗਾ ਕਲਚਰਲ ਬਾਡੀ ਮੈਜੋਰਿਟੀ ਉਹਨਾਂ ਦੇ ਨਾਲ ਹੈ ਉਹ ਚੱਲਦੇ ਨੇ ਅੰਧ ਭਗਤਾਂ ਦੇ ਸਿਰ ਤੇ। ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅੰਧ ਭਗਤ ਪੈਦਾ ਕੀਤੇ ਨੇ ਜਿਨ੍ਹਾਂ ਦੇ ਆਸਰੇ ਅੱਜ ਸੁਖਬੀਰ ਖੜਾ ਹੈ। ਨਹੀਂ ਅਕਾਲੀ ਦਲ 'ਚ ਕਦੇ ਅੰਧ ਭਗਤਾਂ ਨੂੰ ਕੋਈ ਥਾਂ ਨਹੀਂ ਮਿਲੀ। ਬਿਲਕੁਲ ਮੈਨੂੰ ਇੱਕ ਸਿੱਖ ਧਰਮ ਦੇ ਸਟੂਡੈਂਟ ਦੇ ਤੌਰ ਤੇ ਜਾਂ ਸਿੱਖ ਐਕਟਿਵਿਸਟ ਦੇ ਤੌਰ ਤੇ ਇਹ ਨਹੀਂ ਸਮਝ ਆਉਂਦਾ ਕਿ ਉਹ ਇਹਦੇ ਨਾਲ ਜੇ ਪੰਜਾਬ ਦੇ ਸੀਐਮ ਬਣ ਵੀ ਜਾਵੇ ਸੁਖਬੀਰ ਤੇ ਉਹਦਾ ਕੀ ਕੱਢੇਗਾ ਉਹ ਤੋਂ। ਹਾਲਾਂਕਿ ਇਹਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਬਹੁਤ ਘੱਟ ਨੇ। ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੇ ਜੇ ਦੇਖੋ ਅਸੀਂ ਮਤਲਬ ਕਿਸੇ ਕਾਂਗਰਸ ਵਾਲੇ ਤੇ ਐਲੀਗੇਸ਼ਨ ਨਹੀਂ ਲਾ ਸਕਦੇ ਤੂੰ ਪੱਕਾ ਸਿੱਖ ਨਹੀਂ ਹੈ
पर अकाली दल का प्रधान जिहड़ा ਉਹਨੂੰ ਤੇ फेस करना पड़ेगा। बिल्कुल कि वो किन्ना क पक्का सिख है, उन्हें कदों अमृत छकिया सी, ਉਹਦੀ पालना किवें करदा है, वो पंज बाणियां का पाठ मतलब किन्ने चिर च करदा है। टौड़ा साहब ਨੂੰ ਉਹਦੀ ਬਜ਼ੁਰਗੀ ਦੇ ਹੁੰਦਿਆਂ ਐਵੇਂ ਲੋਕ ਕੁਐਸਚਨ ਕਰਦੇ ਸਨ ਕਿ ਪੰਜ ਬਾਣੀਆਂ ਦਾ ਪਾਠ ਤੁਸੀਂ ਮਤਲਬ ਕਰਕੇ ਤੁਰਦੇ ਹੋ। ਉਹ ਕਹਿੰਦਾ ਸੀ ਮੈਂ ਜਿੰਨਾ ਕਰ ਸਕਦਾ ਘਰ ਕਰਕੇ ਤੁਰਦਾ, ਜੇ ਮੈਨੂੰ ਸਦੇਹਾਂ ਤੁਰਨਾ ਪੈਂਦਾ ਘਰੋਂ ਤੇ ਜਿੰਨਾ ਮੈਨੂੰ ਜਵਾਨੀ ਯਾਦ ਆ ਉਹਨਾਂ ਕਰਦਾ। ਹੁਣ ਇਹ ਦੱਸਣ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਤੁਕ ਪੂਰੀ ਬੋਲੀ ਹੋਵੇ ਅੱਜ ਤੱਕ ਪਬਲਿਕ 'ਚ? ਸੁਖਬੀਰ ਬਾਦਲ ਦੇ ਸਾਰੇ ਭਾਸ਼ਣਾਂ ਵਿੱਚ ਕੋਈ ਪੂਰੀ ਤੁਕ ਕਦੇ ਆ ਜਾਏ ਗੁਰਬਾਣੀ ਦੀ? ਇਹ ਕਿੱਥੇ ਹੈ? ਇਸ ਹਿਸਾਬ ਨਾਲ ਉਹਨਾਂ ਨੇ ਜਿਹੜਾ ਵਿਧਾਨ ਦਾ ਚੈਲੰਜ ਹੋਇਆ ਹੈ, ਉਹ ਮੈਂ ਇਸ ਗੱਲ ਤੇ ਖੁਸ਼ ਹਾਂ ਕਿ ਵਿਧਾਨ ਦਾ ਉਹਨਾਂ ਦਾ ਜਿਹੜਾ ਚੈਲੰਜ ਹੋ ਗਿਆ ਕਿ ਤੁਸੀਂ ਇੱਕ ਸਰਟੀਫਿਕੇਟ ਦੇ ਰਹੇ ਹੋ ਇਲੈਕਸ਼ਨ ਕਮਿਸ਼ਨ ਨੂੰ, ਤੇ ਇੱਕ ਤੁਸੀਂ ਮਤਲਬ ਸਰਟੀਫਿਕੇਟ ਦੇ ਰਹੇ ਹੋ ਧਾਰਮਿਕ ਹੋਣ ਦਾ, ਇੱਕ ਤੇ ਡੈਮੋਕ੍ਰੈਟਿਕ ਹੋਣ ਦਾ। ਹਾਲਾਂਕਿ ਸਿੱਖ ਧਰਮ ਦੇ ਦਾਅਵੇਦਾਰ ਇਹ ਕਹਿ ਸਕਦੇ ਨੇ ਕਿ ਸਿੱਖੀਜ਼ਮ ਬੇਸਿਕਲੀ ਡੈਮੋਕ੍ਰੈਟਿਕ ਰਿਲੀਜਨ ਹੈ। ਅਸੀਂ ਤੇ ਡੈਮੋਕ੍ਰੇਸੀ ਦਾ ਸਾਡੀ ਦਾ ਇਹ ਹਾਲ ਹੈ ਕਿ ਨਾਨਕ ਦੇ ਨਾਲ ਮਰਦਾਨਾ ਹੈ। ਅਸੀਂ ਤੇ ਕਦੇ ਤੇ ਮਤਲਬ ਦਸਮ ਪਾਤਸ਼ਾਹ ਦੇ ਨਾਲ ਪੀਰ ਬੁੱਧੂ ਸ਼ਾਹ ਹੈ। बिल्कुल ਅਸੀਂ ਡੈਮੋਕ੍ਰੇਟਿਕ ਹੋਣ ਚ ਕਦੇ ਕਸਰ ਨਹੀਂ ਛੱਡੀ ਸਿੱਖੀ ਨੇ, ਪਰ ਡੈਮੋਕ੍ਰੇਸੀ ਜਿਹੜੀ ਹੈ ਉਹ ਸਿੱਖੀ ਨੂੰ ਆਪਣੇ ਨਿਗਲ ਲਵੇਗੀ। ਡੈਮੋਕ੍ਰੇਸੀ ਸਿੱਖੀ ਤੇ ਆਪਣੀ ਮਤਲਬ ਕਾਠੀ ਪਾ ਲਵੇਗੀ। ਇਹ ਬਾਦਲ ਪਰਿਵਾਰ ਨੇ ਕੀਤਾ ਹੈ, ਇਹ ਠੀਕ ਨਹੀਂ ਕੀਤਾ। ਸਾਹਿਬ ਇਹਦੇ ਵਿਚਾਲੇ ਜਦੋਂ ਤੁਸੀਂ ਆਰਐਸਐਸ ਦੇ ਮਾਡਲ ਦੀ ਗੱਲ ਕਰਦੇ ਹੋ ਕਿ ਫਿਰ ਇੱਧਰ ਧਾਰਮਿਕ ਕੱਟੜਤਾ ਨਹੀਂ ਪੈਦਾ ਹੋ ਜਾਏਗੀ? ਜੋ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਬਿਲਕੁਲ ਹੋਈ। ਮੈਂ ਕਹਿੰਦਾ ਧਾਰਮਿਕ ਕੱਟੜਤਾ ਨਾਲੋਂ ਧਾਰਮਿਕ ਐਕਸਪਲੋਇਟੇਸ਼ਨ ਮਾੜੀ ਹੈ। ਜਿਹੜੇ ਧਾਰਮਿਕ ਕੱਟੜ ਨੇ, ਦੇਖੋ ਪੱਕੇ ਸਿੱਖ, ਕੱਟੜ ਸਿੱਖ ਇਹ ਸਾਡੇ ਕੋਲ ਹੈ ਨਾ। ਮੈਨੂੰ ਕਿਸੇ ਕੱਟੜ ਸਿੱਖ ਦਾ ਉਹ ਨੁਕਸਾਨ, ਦੇਖੋ ਕੱਟੜ ਸਿੱਖ ਜਦੋਂ ਨੁਕਸਾਨ ਆਇਆ ਪੋਲਿਟਿਕਸ ਦੇ ਪੈਰੋਂ ਹੋਇਆ। ਕੱਟੜ ਸਿੱਖੀ ਵਾਇਆ ਖਾਲਿਸਤਾਨ ਕੁਐਸਚਨ ਹੋਈ ਹੈ ਤੇ ਲਿਬਰਲ ਸਿੱਖੀ ਵਾਇਆ ਅਕਾਲੀ ਦਲ ਕੁਐਸਚਨ ਹੋ ਰਹੀ ਹੈ। ਹਾਲਾਂਕਿ ਕੱਟੜ ਸਿੱਖੀ ਤੇ ਲਿਬਰਲ ਸਿੱਖੀ ਨੂੰ ਕਦੇ ਕਿਸੇ ਨੇ ਕੁਐਸਚਨ ਨਹੀਂ ਕੀਤਾ। ਅਕਾਲੀ ਫੂਲਾ ਸਿੰਘ ਕੱਟੜ ਸੀ, ਮਹਾਰਾਜਾ ਰਣਜੀਤ ਸਿੰਘ ਨਹੀਂ ਸੀ, ਕਿਸੇ ਨੇ ਕਦੇ ਕੁਐਸਚਨ ਨਹੀਂ ਕੀਤਾ। ਰਾਜਾ ਰਾਜਾ ਰਹੇ, ਪਰ ਜਿਹੜਾ ਥੱਲੇ ਜਥੇਦਾਰ ਹੈ ਉਹਨੂੰ ਜਥੇਦਾਰ ਹੀ ਲੈਣਾ ਪਏਗਾ। ਹੁਣ ਮਤਲਬ ਇਹ ਹੈ ਵੀ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਉਹਨੂੰ ਤਾਂ ਬਦਲ ਨਹੀਂ ਨਾ ਕੋਈ ਹੋਣਾ ਚਾਹੀਦਾ, ਉਹ ਤਾਂ ਕੱਟੜ ਹੀ ਹੋਊਗਾ ਨਾ। ਉਹ ਤਾਂ ਪੱਕਾ ਸਿੱਖ ਹੀ ਹੋਊਗਾ। ਇਸੇ ਕਰਕੇ ਮੈਂ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਪੰਥਕ ਹੈ, ਪੰਥਕ ਹੋਣੀ ਚਾਹੀਦੀ ਹੈ, ਪੰਥਕ ਰਹਿਣੀ ਚਾਹੀਦੀ ਹੈ। ਜਿਵੇਂ ਭਾਗਵਤ ਜਿਹੜਾ ਵਾਰ-ਵਾਰ ਕਹਿ ਰਿਹਾ ਕਿ ਹਿੰਦੂਤਵ ਦੀ ਗੱਲ ਕਰ ਰਿਹਾ ਹੈ ਵੀ ਹਿੰਦੂ ਹੋਣਾ ਚਾਹੀਦਾ, ਹਿੰਦੂ ਰਹਿਣਾ ਚਾਹੀਦਾ, ਉਹਨਾਂ ਨੂੰ ਹੱਕ ਹੈ, ਸਾਨੂੰ ਵੀ ਹੱਕ ਹੈ ਇਹ ਗੱਲ ਕਹਿਣ ਦਾ। ਉਹ ਆਪਣੀ ਥਾਂ ਤੇ ਰਹਿਣ, ਅਸੀਂ ਆਪਣੀ ਥਾਂ ਤੇ ਰਹੀਏ, ਦੇਖੀ ਕੋਈ ਗੱਲ ਨਹੀਂ ਹੈ। ਇਹ ਇਸਲਾਮ ਵੀ ਕਹਿੰਦਾ ਕਰੇਗਾ, ਪਰ ਸਿਆਸਤ ਜਿਹੜੀ ਹੈ ਨਾ ਉਹਦੇ ਵਿੱਚ ਜਿੰਨਾ ਚਿਰ ਵਿਧਾਨ ਨਹੀਂ, ਹਾਲਾਂਕਿ ਜਿਹੜੇ ਬੀਜੇਪੀ ਦਾ ਜੇ ਮੋਦੀ ਨੂੰ ਮੌਕਾ ਹੋਰ ਮਿਲ ਗਿਆ 10 ਸਾਲ ਜਿਵੇਂ ਹੁਣ ਮਿਲ ਗਿਆ, ਹੋਰ ਮਿਲੇ ਤੇ ਉਹ ਵਿਧਾਨ ਵੀ ਚੇਂਜ ਕਰ ਦੇਣਗੇ, ਧਰਮ ਨੂੰ ਬੇਸ ਬਣਾ ਦੇਣਗੇ। ਉਹਦੇ ਨਾਲ ਆਪਣੀ ਕਿਸਮ ਦੀਆਂ ਦੁਸ਼ਵਾਰੀਆਂ ਖੜੀਆਂ ਹੋਣਗੀਆਂ। ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਜਦੋਂ ਧਰਮ ਨੂੰ ਸਿਆਸਤ ਬਣਾ ਦਿੱਤਾ ਗਿਆ ਤਾਂ ਧਰਮ ਖਤਮ ਹੋ ਜਾਏਗਾ। ਧਰਮ ਸਿਆਸਤ ਨਹੀਂ ਹੋ ਸਕਦਾ। ਧਰਮ ਧਾਰਨ ਦੀ ਚੀਜ਼ ਹੈ। ਧਰਮ ਦਾ ਮਤਲਬ ਇੱਕ ਵੈਲਿਊਜ਼ ਨਾਲ ਹੈ, ਐਥਿਕਸ ਨਾਲ ਹੈ, ਤੇ ਸਿਆਸਤ ਨੂੰ ਇਹੋ ਜਿਹਾ ਕੋਈ ਬੰਧਨ ਨਹੀਂ ਹੈ। ਇਸ ਕਰਕੇ ਮੈਂ ਜਿਹੜੀ ਤੁਸੀਂ ਵਿਧਾਨ ਦੀ ਗੱਲ ਕੀਤੀ ਸੀ, ਉਹ ਮੈਂ ਇਹ ਗੱਲ ਤੇ ਮੁਕਾਣਾ ਇਸ ਹਿਸਾਬ ਨਾਲ ਚਾਹੁੰਦਾ ਕਿ ਅਕਾਲੀ ਦਲ ਬਾਦਲ ਨੇ ਬਾਦਲ ਵੱਡੇ ਬਾਦਲ ਨੇ ਤੇ ਹੁਣ ਛੋਟੇ ਬਾਦਲ ਨੇ, ਕਿਉਂਕਿ ਵੱਡੇ ਬਾਦਲ ਨੇ ਤੇ ਜਿਹੜੀ ਧੂਆ ਕੀ ਸਿਟੀ ਕਰ ਲਈ ਸੀ ਲਈ ਜਾ ਰਿਹਾ ਸੀ, ਛੋਟੇ ਬਾਦਲ ਨੇ ਉਹਨੂੰ ਨੰਗਾ ਕਰ ਦਿੱਤਾ। ਹੁਣ ਤੇ ਛੋਟੇ ਬਾਦਲ ਜਿੰਨਾ ਹੀ ਵੱਡਾ ਬਾਦਲ ਕੁਐਸਚਨ ਹੋਇਆ ਪਿਆ। ਹੁਣ ਤੇ ਜਦੋਂ ਮੈਂ ਕਹਿ ਰਿਹਾ ਵੀ ਤੁਸੀਂ, ਉਹ ਕਹਿਣਗੇ ਵੀ ਮਤਲਬ ਮੈਨੂੰ ਉਹਨਾਂ ਗੱਲਾਂ ਦਾ ਪਤਾ ਹੈ ਜਿਹੜੀਆਂ ਬਾਦਲ ਸਾਹਿਬ ਦੇ ਰਜੀਮ ਵਿੱਚ ਚੰਗੀਆਂ ਹੋਈਆਂ, ਲੋਕਾਂ ਵਾਸਤੇ ਹੋਈਆਂ, ਪਰ ਉਹ ਗੱਲਾਂ ਜਿਹੜੀਆਂ ਉਹਨਾਂ 'ਚ ਪੰਥਕਤਾ ਹੈ ਨਹੀਂ ਗੀ। ਸਾਨੂੰ ਤੇ ਮਤਲਬ ਮੈਨੂੰ ਤੇ ਸਿੱਖਾਂ ਨੂੰ ਤਾਂ ਪੰਥਕਤਾ ਦਾ ਹੋਣਾ ਨਾ। ਪੰਥਕਤਾ ਦਾ ਜਿਹੜਾ ਮਤਲਬ ਅਸਰਸ਼ਨ ਹੈ ਉਹ ਅਸੀਂ ਵਾਇਆ SGPC ਕਰ ਸਕਦੇ ਹਾਂ, ਕਰਨੀ ਉੱਥੇ ਚਾਹੀਦੀ ਹੈ। ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ ਕਿ ਕੀ SGPC ਅਕਾਲੀ ਦਲ ਦੇ ਪ੍ਰਭਾਵ ਤੋਂ ਮੁਕਤ ਹੋ ਕੇ
ਸੁਤੰਤਰ ਹੋ ਕੇ ਉਸ ਢੰਗ ਨਾਲ ਚੱਲ ਸਕੇਗੀ ਜਿਸ ਢੰਗ ਨਾਲ ਹੁਣ ਚੱਲਦੀ ਹੈ, ਜਾਂ ਭਾਵ ਕਿ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ, ਗੁਰਦੁਆਰਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ? ਕਿਉਂਕਿ ਇਹਦੇ ਵਿੱਚ ਜੇ ਇੱਕ ਧੜਾ ਨਹੀਂ ਤਾਂ ਦੂਜਾ ਧੜਾ ਆ ਜਾਏਗਾ। ਉਧਰੋਂ ਕਾਂਗਰਸ ਦੇ ਵੀ ਬੰਦੇ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਕਿ ਜਿਵੇਂ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਕਾਂਗਰਸ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਵੇ, ਕੱਲ ਨੂੰ ਕੋਈ ਆਮ ਆਦਮੀ ਪਾਰਟੀ ਚ ਉੱਠ ਕੇ ਆ ਜਾਏਗਾ। ਕਿਉਂਕਿ ਅਕਾਲੀ ਹੋਣਾ ਤੇ ਉਹਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਚੋਣਾਂ ਹੋਣਗੀਆਂ, ਕੀ ਇਹ ਸਾਰਾ ਕੁਝ ਸੁਤੰਤਰ ਹੋ ਕੇ ਚੱਲ ਸਕੇਗਾ? ਬਿਲਕੁਲ ਚੱਲੇਗਾ, ਇਹ 'ਚ ਕੋਈ ਝਗੜਾ ਹੀ ਨਹੀਂ। ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅੱਡੇ ਵਜੋਂ ਦੇਖਣ ਦੀ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਤੇ ਉਹ ਹੁਣ ਕਾਂਗਰਸ ਵੀ ਦੇਖਣ ਲੱਗ ਪਏ। ਅਸੀਂ ਉਹਨੂੰ ਜੇ ਛੱਡ ਦਈਏ ਤਾਂ ਇੰਡੀਪੈਂਡੈਂਟ ਹੋਵੇਗੀ ਤੇ ਉਹਦੇ ਵਿੱਚ ਇੱਕ ਤੇ ਜਿਹੜੀ ਕਰਪਸ਼ਨ ਆਈ ਹੈ ਉਹ ਸਾਰੀ ਵਾਇਆ ਪੋਲਿਟਿਕਸ ਆਈ ਹੈ। ਜਿਹੜਾ ਸੰਗਤੀ ਸਿਸਟਮ ਹੈ ਨਾ ਉਹਦੇ ਵਿੱਚ ਤੇ ਰੋਜ਼ ਕੁਐਸਚਨ ਹੋ ਜਾਣਾ। ਪੋਲਿਟਿਕਸ ਵਿੱਚ ਰੋਜ਼ ਕੁਐਸਚਨ ਨਹੀਂ ਹੁੰਦਾ। ਜਦੋਂ ਤਾਕਤ 'ਚ ਆ ਗਿਆ 10 ਸਾਲ ਬਾਦਲਾਂ ਦਾ ਰਾਜ ਰਿਹਾ, 10 ਸਾਲ ਕਿਸੇ ਨੇ ਚੂਹ ਨਹੀਂ ਕੀਤੀ ਕਿਉਂਕਿ ਉਹ ਕਾਨੂੰਨ ਉਹਨਾਂ ਦੇ ਹੱਥ 'ਚ ਹੈ, ਪੁਲਿਸ ਉਹਨਾਂ ਦੇ ਹੱਥ 'ਚ ਹੈ। ਜਿਹੜਾ ਮਤਲਬ ਸੰਗਤੀ ਸਿਸਟਮ ਹੈ ਨਾ, ਤੁਸੀਂ ਦੇਖੋ ਵੀ ਈਵਨ ਕਿਤੇ ਵੀ ਗੱਲ ਜਿਹੜੀ ਹੈ ਨਾ, ਜਿੱਥੇ ਜਿੱਥੇ ਸਿਆਸਤ ਐਂਟਰ ਕੀਤੀ ਹੈ ਉੱਥੇ ਉੱਥੇ ਹੀ ਮਤਲਬ ਸਿੱਖੀ ਨੂੰ ਖਤਰਾ ਹੋਇਆ ਹੈ ਜੇ ਸਿਆਸਤ ਦੇ ਰਾਹੀਂ। ਨਹੀਂ ਤੇ ਸਿੱਖ ਧਰਮ ਜਿਹੜਾ ਹੈ ਉਹ ਆਪਣੇ 'ਚ ਵਲੰਟੀਅਰਿੰਗ ਧਰਮ ਇਹਨੂੰ ਕਹਿੰਦੇ ਹਾਂ ਅਸੀਂ ਸਮਰਪਣ ਕਰਦੇ ਹਾਂ। ਤੇ ਸਾਡੇ ਕੋਲ ਤੇ ਇਹੋ ਜਿਹੇ ਮਾਡਲ ਪਏ ਨੇ ਕਿ ਜਿਹੜੇ ਮਤਲਬ ਲੋਕ ਸੇਵਾ ਭਾਵਨਾ ਵਾਸਤੇ ਆਪਣਾ ਨਾਮ ਪੇਸ਼ ਕਰਦੇ ਸੀ। ਬਿਲਕੁਲ। ਹੁਣ ਮਤਲਬ ਉਹ ਹੈ ਵੀ ਉਹ ਮਤਲਬ ਗੱਡੀ ਤੇ ਚੜ੍ਹ ਕੇ ਆਪਣਾ ਝੂਠੇ ਲੈਂਦੇ ਨੇ ਤੇ ਸ਼ਰਾਬ ਵਰਤਾ ਕੇ ਜਿੱਤਦੇ ਨੇ। ਇਹ ਕੀ ਹੋਇਆ ਯਾਰ? ਬਿਲਕੁਲ। ਧਾਰਮਿਕ ਧਰਮ ਜੇ ਮੁੱਖ ਹੋਏਗਾ ਤੇ ਉਹ ਜਿਹੜੀਆਂ ਕੁਰੀਤੀਆਂ ਇਲੈਕਸ਼ਨ ਵੇਲੇ ਹੋ ਰਹੀਆਂ ਨੇ ਹੁਣ ਉਹ ਨਹੀਂ ਹੋਣਗੀਆਂ। ਦਿੱਲੀ ਇਲੈਕਸ਼ਨ ਹੋ ਗਈ ਹੈ, ਬਾਦਲ ਧੜਾ ਫਿਰ ਜਿੱਤ ਗਿਆ। ਮੈਂ ਹੈਰਾਨ ਇਹ ਆ ਕਿ ਬਾਦਲ ਧੜਾ ਜਿੱਤ ਗਿਆ ਕਹਿਣਾ ਹੀ ਇਸ ਗੱਲ ਦੀ ਗਵਾਹੀ ਹੈ ਕਿ ਬਾਦਲ ਹੋਣੀ ਉੱਥੇ ਕਬਜ਼ਾ ਕਰ ਗਏ ਨੇ। ਕੀ ਲੋੜ ਸੀ? ਸੰਸਦ ਜਿੱਥੇ ਸੰਸਦ ਨਹੀਂ ਦਿੰਦੇ। ਸੁਖਬੀਰ ਸਿੰਘ ਬਾਦਲ ਨੇ ਫਟਾਫਟ ਜਦੋਂ ਉਹ ਜਿੱਤਿਆ ਵਿਦਨ ਆਵਰਸ ਇਹ ਡਿਕਲੇਅਰ ਕੀਤਾ ਕਿ ਇਹਨੂੰ ਅਸੀਂ ਐਸਜੀਪੀਸੀ ਦਾ ਮੈਂਬਰ ਬਣਾਵਾਂਗੇ, ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਨੋਮੀਨੇਟ ਕਰਾਂਗੇ। ਉਹ ਭਾਈ ਤੁਸੀਂ ਪ੍ਰਧਾਨ ਨੂੰ ਨਹੀਂ ਪੁੱਛਿਆ, ਅਕਾਲ ਤਖਤ ਨੂੰ ਨਹੀਂ ਪੁੱਛਿਆ, ਸ਼੍ਰੋਮਣੀ ਕਮੇਟੀ ਨੂੰ ਨਹੀਂ ਪੁੱਛਿਆ ਤੇ ਤੁਸੀਂ ਬਿਆਨ ਦੇਈ ਜਾਂਦੇ ਹੋ। ਕੀ ਮਤਲਬ ਹੈ ਇਹਦਾ? ਇਹਦਾ ਮਤਲਬ ਉਹ ਹੈ ਜਿਹੜਾ ਕੋਰਟ 'ਚ ਮੁਕੱਦਮਾ ਹੈ, ਇਹਦਾ ਮਤਲਬ ਉਹ ਹੈ ਜਿਹਦੇ ਤੋਂ ਜ਼ਮਾਨਤ ਲੈਣੀ ਪਈ ਹੈ। ਬਿਲਕੁਲ ਬਿਲकुल ਬਿਲकुल। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਨਾਲ ਮੌਜੂਦ ਸਨ ਉਗੇ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ। ਅਕਾਲੀ ਦਲ ਦੀ ਸਿਆਸਤ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।